ਕਾਂਗਰਸ ਪਾਰਟੀ ਦੀ ਵਰਕਿੰਗ ਨੂੰ ਲੈ ਕੇ ਤੇ ਕਾਂਗਰਸ ਦੇ ਕੰਮਕਾਜ ਕਰਨ ਦੇ ਤਰੀਕੇ, ਚੋਣਾਂ ਲੜਨ ਦੇ ਤਰੀਕੇ ਤੇ ਕਾਂਗਰਸ ਹਾਈ ਕਮਾਂਡ ਦੇ ਮਸਲਿਆਂ ਨੂੰ ਸੁਲਝਾਉਣ ਦੇ ਤਰੀਕੇ ਜਿਹੜੇ ਆ ਨਾ, ਉਹਨਾਂ ਦੇ ਮੁੱਦੇ ਤੇ ਜੋ ਸੁਨੀਲ ਜਾਖੜ ਨੇ ਆਖਿਆ ਉਹ ਸਹੀ ਹੈ। ਗੱਲ ਕੀਤੀ ਹੈ ਕਾਂਗਰਸ ਦੇ ਰਿਕਾਰਡ ਦੀ ਕਿ ਕਾਂਗਰਸ ਇਹੋ ਜਿਹੀ ਨਹੀਂ ਹੈ ਕਿ ਇੱਕ ਕ੍ਰਿਮੀਨਲ ਪੋਲਿਟਿਕਸ ਖੇਡੇ ਜਿਸ ਵਿੱਚ ਹਿੰਦੂ, ਸਿੱਖ, ਮੁਸਲਿਮ ਜਾਂ ਕਿਸੇ ਬਾਰੇ ਸੋਚੇ ਕਿ ਇਹਨੂੰ ਇੱਥੇ ਬਣਾ ਦਈਏ ਤੇ ਸਾਨੂੰ ਵੋਟਾਂ ਦਾ ਫਾਇਦਾ ਹੋਵੇਗਾ। ਇੱਥੇ ਸੁਨੀਲ ਜਾਖੜ ਨਾਲ ਮੈਂ ਸਹਿਮਤ ਨਹੀਂ। ਇਹ ਬੀਜੇਪੀ ਸ਼ਰੇਆਮ ਖੇਡਦੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਖੇਡੀ ਕਾਂਗਰਸ ਨੇ ਵੀ ਇਹੋ ਹੀ ਖੇਡ ਹੈ ਪਿਛਲੇ 50-60 ਸਾਲਾਂ ਦੇ ਵਿੱਚ। ਅੰਬਿਕਾ ਸੋਨੀ ਦੇ ਬਾਰੇ ਨਹੀਂ ਭੁੱਲਣਾ ਚਾਹੀਦਾ। ਇਹ ਵੀ ਰਿਪੋਰਟਾਂ ਆਈਆਂ ਸੀ ਕਿ ਸੁਨੀਲ ਜਾਖੜ ਤੋਂ ਪਹਿਲਾਂ ਅੰਬਿਕਾ ਸੋਨੀ ਨੂੰ ਵੀ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਪੇਸ਼ਕਸ਼ ਹੋਈ ਸੀ, ਜਿਹੜੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਜਗ੍ਹਾ ਨਹੀਂ ਲੈ ਸਕਦਾ। ਹੈਰਾਨੀ ਦੀ ਗੱਲ ਹੈ, 2 ਦਿਨਾਂ ਦੇ ਵਿੱਚ ਇਹ ਮੁਹਿੰਮ ਜਿਹੜੀ ਚਲਾਈ ਹੈ, ਇਹਨਾਂ ਦੇ ਐਨਫੋਰਸਮੈਂਟ ਡਿਪਾਰਟਮੈਂਟ ਜਿਹੜਾ ਬਿਜਲੀ ਬੋਰਡ ਦਾ ਹੁੰਦਾ ਹੈ, ਉਹਨਾਂ ਵੱਲੋਂ ਛਾਪੇਮਾਰੀ ਕਰਕੇ ਮੋਟੇ-ਮੋਟੇ ਥਾਣੇ ਤੇ ਚੌਂਕੀਆਂ ਦੀ ਚੈਕਿੰਗ ਕੀਤੀ ਗਈ। ਥਾਣੇ ਤੇ ਚੌਂਕੀਆਂ ਸਰਕਾਰੀ ਦਫ਼ਤਰਾਂ ਦੀ, ਉਹਨਾਂ ਦੇ ਵਿੱਚੋਂ 66 ਥਾਣੇ ਤੇ ਚੌਂਕੀਆਂ ਜਿਹੜੀ ਸੀ ਪ੍ਰੈਜ਼ੈਂਟ ਉਹ ਜਿਹੜੇ ਸੀ ਫੜੇ ਗਏ ਜਿਨ੍ਹਾਂ ਦੇ ਵਿੱਚ ਚੋਰੀ ਹੁੰਦੀ ਹੈ। ਸਰਕਾਰਾਂ ਦਮਗਜੇ ਮਾਰਦੀਆਂ ਪਈਆਂ ਕਿ ਵਿਕਾਸ ਦੀ ਨੇਰੀ ਲਿਆ ਦਿੱਤੀ, ਅਸੀਂ ਆਹ ਕੀਤਾ, ਸੜਕਾਂ ਪੱਕੀਆਂ ਕਰਤੀਆਂ, ਤੇ ਆਹ ਕੀ ਹੋ ਰਿਹਾ? ਮਹਿਕਮੇ ਨੂੰ ਚੂਨਾ ਆਪਣੇ ਆਪ ਹੀ ਲਾਈ ਜਾ ਰਹੇ ਨੇ, ਖੋਰਾ ਆਪ ਹੀ ਲਾਇਆ, ਤੇ ਬਦਨਾਮ ਕੌਣ? ਕਿਸਾਨ। ਇੱਕ ਹੋਰ ਡੇਰੇ ਦੇ ਵਿੱਚ ਇਸੇ ਤਰ੍ਹਾਂ ਜਦੋਂ ਛਾਪਾ ਮਾਰਿਆ ਗਿਆ ਤਾਂ ਵੱਖਰੀ ਲਾਈਨ ਹੀ ਬਾਬਿਆਂ ਨੇ ਆਪਣੀ ਖਿੱਚੀ ਹੋਈ ਹੈ, ਖੰਭੇ ਹੀ ਆਪਣੇ ਲਗਾਏ ਹੋਏ ਨੇ, ਟਰਾਂਸਫਾਰਮਰ ਵੀ ਆਪਣਾ, ਤੇ ਹਾਈ ਟੈਂਸ਼ਨ ਨੂੰ ਸਿੱਧੀਆਂ ਤਾਰਾਂ ਪਾਈਆਂ ਹੋਈਆਂ ਨੇ। ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਇਸ ਚੀਜ਼ ਨੂੰ। ਇੱਕ ਵੱਡਾ ਬਾਬਾ ਜਿਹੜਾ ਜੇਲ੍ਹ 'ਚ ਬੈਠਾ, ਉਹਨੇ ਵੀ ਜ਼ੋਰ ਲਾ ਕੇ ਵੇਖ ਲਿਆ ਕਿ ਵੋਟਾਂ ਫਲਾਣੇ ਨੂੰ ਪਾਇਓ, ਫਲਾਣੇ ਨੂੰ ਪਾਇਓ। ਵੋਟਾਂ ਲੋਕਾਂ ਨੇ ਆਪਣੀ ਮਰਜ਼ੀ ਨਾਲ ਪਾਉਣੀਆਂ ਨੇ, ਪਰ ਬਿੱਲ ਤਾਂ ਭਰਨਾ ਪਏਗਾ, ਤੇ ਭਰਨਾ ਚਾਹੀਦਾ ਵੀ ਤੇ ਲੈਣਾ ਵੀ ਚਾਹੀਦਾ। ਇਹ ਜਿਹੜਾ ਸਿਸਟਮ ਹੈ, ਇਹ ਚੋਰੀ ਛੁਪੇ, ਜਿਵੇਂ ਮੈਂ ਕਿਹਾ ਕਿ ਨਸ਼ਿਆਂ ਦੀ ਗੱਲ ਮੈਂ ਸ਼ੁਰੂ ਕੀਤੀ ਸੀ ਕਿ ਪੂਰੀ ਦੁਨੀਆ ਚੱਲਦੇ ਨੇ, ਪਰ ਆਰਗੇਨਾਈਜ਼ਡ ਵੇ ਨਾਲ ਜਿਸ ਤਰ੍ਹਾਂ ਪੰਜਾਬ 'ਚ ਚੱਲੇ ਨੇ, ਇਦਾਂ ਬਹੁਤ ਘੱਟ ਜਗ੍ਹਾ ਚੱਲੇ ਨੇ ਜੀ। ਇਸੇ ਤਰ੍ਹਾਂ ਇਹ VIP ਕਲਚਰ ਹੈ ਜੇਲ੍ਹਾਂ ਦਾ। ਇੱਕ ਵਾਰ ਨਹਿਰੂ ਸਰਕਾਰ ਦੇ ਵੇਲੇ ਜਦੋਂ ਮੀਟਿੰਗ ਹੋਈ ਕੇਂਦਰ ਦੀ ਕਿ ਕਣਕ ਦਾ ਭਾਅ ਕੀ ਰੱਖਣਾ ਹੈ, ਤੇ ਉਹਨਾਂ ਨੂੰ ਪੁੱਛਣ ਲੱਗ ਪਿਆ ਹੋਰ ਸੂਬਿਆਂ ਵਾਲਿਆਂ ਨੂੰ ਕਣਕ ਦਾ ਰੇਟ ਕੀ ਹੋਣਾ ਚਾਹੀਦਾ ਸਰਕਾਰੀ, ਤੇ ਪੰਜਾਬ ਵਾਲੇ ਪ੍ਰਤਾਪ ਸਿੰਘ ਕਾਰੋਂ ਉੱਠ ਕੇ ਖਲੋ ਗਏ, ਕਹਿੰਦੇ ਕਿ ਇਹ ਤਾਂ ਜਿਹਨੇ ਪੈਦਾ ਕੀਤੀ ਉਹਨੂੰ ਪੁੱਛੋ, ਮੰਗਤਿਆਂ ਨੂੰ ਕੀ ਪੁੱਛਦੇ ਹੋ? 3 ਸਾਲ ਬਾਅਦ ਮਾਰਕੀਟ ਨੇ ਸਿਰ ਚੁੱਕਿਆ, ਕਿਸਾਨ ਮਾੜਾ ਜਿਹਾ, ਕਿਸਾਨਾਂ ਨੂੰ ਸਾਹ ਆਇਆ, ਕਦੀ ਗੰਢਿਆਂ ਦਾ ਰੇਟ ਘਟ ਗਿਆ, ਕਦੀ ਆਲੂਆਂ ਦਾ ਘਟ ਗਿਆ, ਕਦੀ ਕੇਲਿਆਂ ਦਾ ਘਟ ਗਿਆ, ਕਦੀ ਸੇਬ ਦਾ ਘਟ ਗਿਆ। ਤੇ ਜਿਹੜੀ ਸਰਕਾਰ ਕਹਿੰਦੀ ਸੀ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਜਾਂ 24 ਤੱਕ ਕਰ ਦੇਣੀ ਆ, ਹੁਣ ਕਹਿੰਦੇ ਸਾਲ ਬੜੇ ਕਰ ਦੇਣੇ, ਤੇ ਉਹਨਾਂ ਨੇ ਰਾਤੋਂ ਰਾਤ ਫੈਸਲਾ ਹੁਣ ਜਿਹੜਾ ਕਰ ਦਿੱਤਾ ਕਿ ਇਹ ਕਣਕ ਨਹੀਂ ਬਾਹਰ ਭੇਜਣੀ। ਇਹ ਉਹੋ ਹੀ ਕਣਕ ਹੈ ਜਿਹਨੂੰ ਮਿਨਿਸਟਰ ਥਾਂ ਕਿਸਾਨਾਂ ਨੂੰ ਕਿਹਾ ਕਰਦੇ ਸੀ ਇਹ ਨਾ ਬੀਜਿਆ ਕਰੋ, ਉਹ ਫਸਲਾਂ ਬੀਜੋ, ਆਹ ਬੀਜੋ, ਉਹ ਬੀਜੋ। ਸਿਰਫ ਗੱਲਾਂ ਹੀ ਰਹੀਆਂ ਨੇ, ਕਿਸਾਨਾਂ ਦੀ ਸਹੀ ਮੈਨੇਜ ਕਿਸੇ ਨੇ ਅੱਜ ਤੱਕ ਬਾਂਹ ਨਹੀਂ। ਬੇਅਦਬੀ ਹੈ ਡੇਰਾ ਮੁਖੀ ਦੇ ਕਹਿਣ ਤੇ ਹੋਈ ਸੀ, ਉਹ ਕੁਝ ਬੰਦੇ ਨਾਮਜ਼ਦ ਕੀਤੇ, ਕਈਆਂ ਦੇ ਮਰਡਰ ਵੀ ਹੋ ਗਏ ਜੀ। ਉਸ ਕੇਸ ਦੇ ਵਿੱਚ ਬਾਬਾ ਅੰਦਰ ਬੈਠਾ ਹੀ ਕਹਿੰਦਾ ਰਿਹਾ ਕਿ ਮੈਂ ਨਹੀਂ ਇਹ ਕਰਵਾਇਆ, ਅਸੀਂ ਇਦਾਂ ਦਾ ਕੰਮ ਨਹੀਂ ਕਰ। ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਸਰਕਾਰ ਉਹਨੂੰ ਲਿਆਉਣ ਦੇ ਯਤਨ ਕਰ ਰਹੀ ਹੈ ਬੜੇ ਦਿਨਾਂ ਤੋਂ, ਉਹ ਗੱਲ ਨਹੀਂ, ਕਾਮਯਾਬੀ ਨਹੀਂ ਮਿਲ ਰਹੀ। ਵੀਡੀਓ ਕਾਨਫਰੰਸ ਤੇ ਪੇਸ਼ੀ-ਪੂਸ਼ੀ ਹੋ ਜਾਣੀ ਹੈ। ਸਨਾਰੀਆ ਜੇਲ੍ਹ ਵਿੱਚ 1-2 ਵਾਰੀ ਜਾ ਆਏ ਨੇ, ਤੇ ਬਾਬਾ ਬੋਲਦਾ ਨਹੀਂ ਉੱਥੇ, ਤੇ ਬਾਬੇ ਨੂੰ ਖਾਸ ਇੰਸਟਰਕਸ਼ਨ ਆਣ ਕਿ ਤੁਸੀਂ ਚੁੱਪ ਰਹੋ ਜੀ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ TV ਦੇਖਣ ਵਾਲੇ ਦਰਸ਼ਕਾਂ ਨੂੰ ਜੀ ਆਇਆਂ। ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਖੜ ਨੇ ਜਿਹੜੀ ਓਕੇ ਬਾਏ ਟਾਟਾ ਕਹਿ ਦਿੱਤੀ ਹੈ ਕਾਂਗਰਸ ਨੂੰ, ਉਹਦੀ ਤਫਸੀਲ 'ਚ ਗੱਲਬਾਤ ਕਰਾਂਗੇ। ਨਵਜੋਤ ਸਿੰਘ ਸਿੱਧੂ ਨੇ ਉਸ ਤੋਂ ਬਾਅਦ ਟਵੀਟ ਕੀਤਾ, ਉਹਨਾਂ ਨੇ ਜਾਖੜ ਨੂੰ ਸੋਨਾ ਦੱਸਿਆ, ਉਹਦੇ ਬਾਰੇ ਵੀ ਆਪਣੇ ਮਾਹਿਰ ਮਹਿਮਾਨ ਤੋਂ ਜਾਣਾਂਗੇ। ਤੇ ਕਣਕ ਦੀ ਬਰਾਮਦ ਤੇ ਜਿਹੜੀ ਰੋਕ ਲੱਗ ਗਈ ਹੈ, ਉਹਦਾ ਨੁਕਸਾਨ ਕਿਹਨੂੰ ਹੋਣਾ, ਉਹਦੀ ਵੀ ਗੱਲ ਕਰਾਂਗੇ। ਤੇ ਲੱਗਦੇ ਹੱਥ ਸੌਦਾ ਸਾਧ ਰਾਮ ਰਹੀਮ ਦੀ ਵੀ ਗੱਲਬਾਤ ਕਰਾਂਗੇ। ਤੇ ਪ੍ਰੋਗਰਾਮ 'ਚ ਇਸ ਵੇਲੇ ਮੇਰੇ ਨਾਲ ਜੁੜ ਚੁੱਕੇ ਨੇ ਕੁਲਦੀਪ ਸਿੰਘ ਹੀਰ ਜੀ, ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਭਰੀ। ਅੱਜ ਸੁਨੀਲ ਜਾਖੜ ਕਹਿੰਦੇ ਦਿਲ ਵੀ ਤੋੜਾ तो तूने सलीके से ना तोड़ा, ਬੇਵਫਾਈ ਕੇ ਵੀ ਕੁਝ ਅਦਾਬ ਹੋਤੇ ਹੈ। ਸਵਾਲ ਮੇਰਾ ਇਹ ਆ ਵੀ ਦਿਲ ਤੇ 19 ਸਤੰਬਰ ਨੂੰ ਟੁੱਟ ਗਿਆ ਸੀ, ਜਿੱਦਣ ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਪੈਂਦਾ ਰਹਿ ਗਿਆ ਸੀ, ਤੇ ਫਿਰ ਖੜਾਕ ਅੱਜ ਕਿਉਂ ਆਇਆ? ਅੱਜ ਕਿਹਨੂੰ ਦਬਲ ਗਏ? ਅੱਜ ਤੇ ਵੱਡਾ ਬਲਾਸਟ ਉਹਨਾਂ ਨੇ ਆਪਣੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸਲ ਵਿੱਚ ਛੋਟੇ ਧਮਾਕੇ ਤਾਂ ਉਹ ਕਾਫੀ ਦੇਰ ਤੋਂ ਕਰ ਰਹੇ ਨੇ, ਤੇ ਉਸ ਧਮਾਕਿਆਂ ਦੀ ਇੱਕ ਸਿਖਰ ਜਿਹੜੀ ਉਦੋਂ ਹੋਈ ਜਦੋਂ ਉਹਨਾਂ ਨੇ ਇਹ ਕਹਿ ਦਿੱਤਾ ਕਿ ਇੱਕ ਪੈਰ ਦੀ ਜੁੱਤੀ ਨੂੰ ਸਿਰ ਦੇ ਉੱਪਰ ਬਿਠਾ ਲਿਆ ਗਿਆ।
ਉਹ ਗੱਲ ਨਾਲ ਬੜਾ ਰੌਲਾ ਪਿਆ। ਸਾਰੇ ਬੋਲੇ ਕਿ ਇਹ ਕੀ ਕਹਿ ਦਿੱਤਾ। ਜੀ ਇੱਕ ਭਾਈਚਾਰਾ ਉੱਠ ਖਲੋਇਆ ਉਹਨਾਂ ਦੇ ਖਿਲਾਫ। ਸਾਰੇ ਬੋਲੇ ਚਰਨਜੀਤ ਸਿੰਘ ਚੰਨੀ ਭਾਵਾਂ ਜਿਸ ਦਿਨ ਦੇ ਚੋਣ ਹਾਰ ਗਏ ਨੇ ਉਹ ਨਿਕਲੇ ਨਾ ਹੁਣ ਬਾਹਰ, ਜੀ ਪਰ ਸਿੱਧੇ ਦਿੱਲੀ ਗਏ। ਦਿੱਲੀ ਦਰਬਾਰ ਦੇ ਵਿੱਚ ਸ਼ਿਕਾਇਤ ਲਾਈ ਤੇ ਸ਼ਿਕਾਇਤ ਦਾ ਨਤੀਜਾ ਇਹ ਹੋਇਆ ਕਿ ਕਾਰਵਾਈ ਹੋ ਗਈ ਸੁਨੀਲ ਜਾਖੜ ਤੇ ਸੁਨੀਲ ਜਾਖੜ ਨੂੰ ਇੱਕ ਨੋਟਿਸ ਆ ਗਿਆ ਕਿ ਤੁਹਾਡੇ ਤੇ ਕਾਰਵਾਈ ਕਿਉਂ ਨਾ ਕੀਤੀ ਜਾਵੇ, ਤੁਸੀਂ ਇਹ ਬਿਆਨ ਕੀ ਦਿੱਤਾ ਇਹਦਾ ਸਪਸ਼ਟੀਕਰਨ ਦਿਓ। ਸੁਨੀਲ ਜਾਖੜ ਨੇ ਉੱਥੇ ਨੂੰ ਸਪਸ਼ਟੀਕਰਨ ਨਹੀਂ ਭੇਜਿਆ ਦਿੱਲੀ ਨੂੰ, ਪਰ ਜੋ ਆਪਣੇ ਆਧਰਮੀ ਭਾਈਚਾਰਾ ਜਿਹੜਾ ਹੈ, ਜੋ ਸਾਡੇ ਦਲਿਤ ਭਾਈਚਾਰਾ ਹੈ, ਜੀ ਉਹਨਾਂ ਦੀ ਇੱਕ ਪਵਿੱਤਰ ਜਗ੍ਹਾ ਹੈ ਬਨਾਰਸ, ਉੱਥੇ ਜਾ ਕੇ ਗੁਰੂ ਰਵਿਦਾਸ ਦੇ ਜਗ੍ਹਾ ਤੇ ਜਾਂ ਉਹਦੇ ਸ਼ਰਧਾਲੂਆਂ ਦੇ ਸਾਹਮਣੇ ਇੱਕ ਗੱਲਬਾਤ ਕੀਤੀ ਕਿ ਮੈਂ ਤਾਂ ਬੜਾ ਉੱਚਾ ਸਮਝਦਾ ਜੇ ਉਹ ਹੋਰ ਬਹੁਤ ਗੱਲਾਂ ਕੀਤੀਆਂ। ਪਰ ਪੰਜਾਬ ਦੇ ਵਿੱਚ ਜਾਂ ਆਪਣੀ ਹਾਈ ਕਮਾਂਡ ਦੇ ਅੱਗੇ ਉਹਨਾਂ ਨੇ ਗੱਲ ਕਬੂਲੀ ਨਹੀਂ, ਪਰ ਇੱਕ ਜਾ ਕੇ ਸਫਾਈ ਦੇਣੀ ਪੈ ਗਈ। ਹੁਣ ਅਸੀਂ ਅੱਜ ਦੀ ਗੱਲ ਕਰਦੇ ਹਾਂ। ਅੱਜ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ ਉਹ ਅੰਸ਼ਿਕ ਤੌਰ ਤੇ ਸਹੀ ਨੇ। ਦੋ ਪਹਿਲੂਆਂ ਨਾਲ ਮੈਂ ਉਹਨਾਂ ਦੀ ਅੱਜ ਦੀ ਗੱਲਬਾਤ ਨੂੰ ਵੇਖਦਾ ਜੀ। ਇੱਕ ਤਾਂ ਇਹ ਹੈ ਕਿ ਕਾਂਗਰਸ ਪਾਰਟੀ ਦੀ ਵਰਕਿੰਗ ਨੂੰ ਲੈ ਕੇ ਤੇ ਕਾਂਗਰਸ ਦੇ ਕੰਮਕਾਜ ਕਰਨ ਦੇ ਤਰੀਕੇ, ਚੋਣਾਂ ਲੜਨ ਦੇ ਤਰੀਕੇ ਤੇ ਕਾਂਗਰਸ ਹਾਈ ਕਮਾਂਡ ਦੇ ਮਸਲਿਆਂ ਨੂੰ ਸੁਲਝਾਉਣ ਦੇ ਤਰੀਕੇ ਜਿਹੜੇ ਆ ਨਾ, ਉਹਨਾਂ ਦੇ ਮੁੱਦੇ ਤੇ ਜੋ ਸੁਨੀਲ ਜਾਖੜ ਨੇ ਆਖਿਆ ਉਹ ਸਹੀ ਆ। ਉਹ ਬਿਲਕੁਲ ਸਹੀ ਆਖਦੇ ਨੇ ਕਿ ਸਾਡੇ ਉੱਤੋਂ ਆਰਗੇਨਾਈਜੇਸ਼ਨਲ ਪ੍ਰੋਬਲਮਸ ਹਨ, ਇਹਨਾਂ ਨੂੰ ਸਮੱਸਿਆ ਨੂੰ ਹੱਲ ਕਰਨ ਦੀ ਲੋੜ ਹੈ। ਤੇ ਨਾਲ ਉਹ ਉਦਾਹਰਨ ਦਿੰਦੇ ਨੇ ਕਿ ਕਿਵੇਂ ਇੱਕ ਬਾਦਸ਼ਾਹ ਜਿਹੜਾ ਸੀ ਉਹ ਹਾਥੀ ਦੇ ਉੱਪਰ ਜਦੋਂ ਪਹਿਲੀ ਵਾਰੀ ਉਹਨੇ ਸਵਾਰੀ ਕੀਤੀ ਤੇ ਉਹਨੇ ਕਿਹਾ ਕਿ ਲਗਾਮ ਫੜਾ ਦਿਓ ਮੈਨੂੰ, ਤੇ ਜਦੋਂ ਫਿਰ ਉਹਨੂੰ ਦੱਸਿਆ ਗਿਆ ਕਿ ਇਹਦੀ ਲਗਾਮ ਨਹੀਂ ਹੁੰਦੀ ਤੇ ਇਹਦੇ ਸਾਹਮਣੇ ਜਿਹੜਾ ਸੁੰਡ ਤੇ ਬੈਠਾ ਹੋਇਆ ਵਿਅਕਤੀ ਹੈ ਉਸ ਨੂੰ ਗਾਈਡ ਕਰਦਾ ਹੈ, ਜੇ ਤੁਹਾਡੇ ਮੂਹਰੇ ਜਿਹੜਾ ਵਿਅਕਤੀ ਬੈਠਦਾ ਹੈ ਉਹ ਗਾਈਡ ਕਰਦਾ ਤੇ ਤੁਸੀਂ ਪਿੱਛੇ ਬੈਠਣਾ ਹੈ। ਉਹਨੇ ਕਿਹਾ ਮੈਂ ਇਹੋ ਜਿਹਾ ਜਾਨਵਰ ਦੀ ਸਵਾਰੀ ਨਹੀਂ ਕਰਨੀ ਜਿਸ ਦੀ ਲਗਾਮ ਮੇਰੇ ਹੱਥ 'ਚ ਨਾ ਹੋਵੇ। ਜੀ ਘੋੜਸਵਾਰੀ ਕੀਤੀ ਹੋਵੇਗੀ ਉਹਨਾਂ ਨੇ। ਖੈਰ, ਉਹਨਾਂ ਨੇ ਇਸੇ ਤਰ੍ਹਾਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਇਹ ਚਿਤਾਰਿਆ ਕਿ ਤੁਸੀਂ ਕੁਝ ਅਜਿਹੇ ਲੋਕਾਂ ਦੇ ਹੱਥ ਲਗਾਮ ਫੜਾਈ ਹੋਈ ਹੈ ਕਾਂਗਰਸ ਦੀ ਜਿਹੜੇ ਕਾਬਿਲ ਨਹੀਂ, ਤੇ ਉਹਨਾਂ ਨੇ ਬੇਗੈਰਤ ਲਫ਼ਜ਼ ਵੀ ਵਰਤਿਆ। ਬਿਲਕੁਲ। ਉਹਨਾਂ ਨੇ ਇੱਕ ਸੀਨੀਅਰ ਲੀਡਰ ਬੀਬੀ ਅੰਬਿਕਾ ਸੋਨੀ ਬਾਰੇ ਪਹਿਲਾਂ ਉਹਨਾਂ ਨੇ ਕੁਝ ਹਿੱਸੇ ਦੇ ਵਿੱਚ ਨਾਮ ਨਹੀਂ ਲਿਆ, ਫਿਰ ਲਗਾਤਾਰ ਉਸ ਦਾ ਨਾਮ ਵਰਤ ਕੇ ਉਹਨਾਂ ਨੇ ਰੱਜ ਕੇ ਪੜਾਸ ਜਿਹੜੀ ਹੈ ਅੰਬਿਕਾ ਸੋਨੀ ਦੇ ਖਿਲਾਫ ਕੱਢੀ ਹੈ। ਜੀ ਹੁਣ ਜੋ ਉਹਨੇ ਕਾਂਗਰਸ ਦੀ ਵਰਕਿੰਗ ਦੇ ਬਾਰੇ ਜਿਵੇਂ ਪਹਿਲਾਂ ਦੱਸਿਆ, ਉਹਨੂੰ ਹੁਣ ਅਸੀਂ ਇਸ ਚੈਪਟਰ ਨੂੰ ਕਲੋਜ਼ ਕਰਕੇ ਹੁਣ ਆਈਏ ਕਿ ਸੁਨੀਲ ਜਾਖੜ ਜੋ ਕਹਿੰਦੇ ਨੇ ਕਿ ਉਸ ਦਾ ਵਿੱਚੋਂ ਸਹੀ ਕੀ ਹੈ, ਜਾਂ ਉਹਨਾਂ ਦੇ ਅੰਦਰਲੀ ਪੜਾਸ ਹੈ, ਜਾਂ ਵਾਕਿਆ ਹੀ ਉਹਨਾਂ ਨੇ ਕਾਂਗਰਸ ਨੂੰ ਕੁਝ ਜੋ ਚਿੰਤਨ ਸ਼ਿਵਰ ਉਦੈਪੁਰ ਦੇ ਵਿੱਚ ਚੱਲ ਰਿਹਾ ਹੈ ਉਸ ਵਾਸਤੇ ਕੋਈ ਸਲਾਹ ਦਿੱਤੀ। ਕਹਿ ਤਾਂ ਇਹੋ ਰਹੇ ਨੇ, ਪਰ ਆਪਰਲੀ ਅੰਦਰਲੀ ਪੜਾਸ ਹੀ ਨਿਕਲਦੀ ਹੈ। ਉਹ ਕਹਿੰਦੇ ਚਿੰਤਨ ਸ਼ਿਵਰ ਦੀ ਕੋਈ ਜ਼ਰੂਰਤ ਨਹੀਂ ਸੀ, ਚਿੰਤਾ ਸ਼ਿਵਰ ਦੀ ਜ਼ਰੂਰਤ। ਬੇਸਿਕਲੀ ਉਹਦਾ ਅਰਥ ਇਹ ਹੋਈ ਹੈ, ਉਹਨਾਂ ਨੇ ਯੂਪੀ ਤੋਂ ਗੱਲ ਸ਼ੁਰੂ ਕਰਕੇ ਬਾਕੀ ਸੂਬਿਆਂ ਦੀ ਕੀਤੀ ਤੇ ਨਾਲ ਉਹਨਾਂ ਨੇ ਉੱਤਰਾਖੰਡ ਦੇ ਵਿੱਚੋਂ ਤੇ ਫਿਰ ਪੰਜਾਬ ਦੇ ਵਿੱਚ ਆ ਗਏ ਜਿੱਥੇ ਅਸਲ ਉਹਨਾਂ ਦੀ ਕਹਾਣੀ ਸੀ। ਰਾਜਸਥਾਨ ਦਾ ਵੀ ਜ਼ਿਕਰ ਕੀਤਾ। ਉਹ ਕਹਿੰਦੇ ਰਾਜਸਥਾਨ ਵਿੱਚ ਜਿਹੜੇ ਤੁਹਾਡੇ ਮੁੱਖ ਮੰਤਰੀ ਨੇ ਨਾ, ਉਹਨਾਂ ਨੂੰ ਹਰ 15 ਦਿਨਾਂ ਬਾਅਦ ਦੱਸਣਾ ਪੈਂਦਾ ਹੈ ਕਿ ਲੋਕਾਂ ਨੂੰ ਕਿ ਮੈਂ ਹੀ ਤੁਹਾਡਾ ਮੁੱਖ ਮੰਤਰੀ ਆ, ਅਜੇ ਤੱਕ ਬਦਲਿਆ ਨਹੀਂ, ਸਚਿਨ ਪਾਇਲਟ ਅਗਲਾ ਮੁੱਖ ਮੰਤਰੀ ਜਾਂ ਕੋਈ ਹੋਰ ਨਹੀਂ ਹੈ, ਮੈਂ ਹੀ ਆ। ਅਸ਼ੋਕ ਗਹਿਲੋਤ ਦੇ ਬਾਰੇ ਬੜੇ ਸੀਨੀਅਰ ਆਗੂ ਨੇ ਗਹਿਲੋਤ। ਰਾਜਸਥਾਨ ਦੇ ਵਿੱਚ ਵੀ ਕਾਂਗਰਸ ਬਹੁਤ ਜ਼ਿਆਦਾ ਗੁੱਟਬੰਦੀ ਤੇ ਧੜੇਬੰਦੀ ਦਾ ਸ਼ਿਕਾਰ ਹੈ। ਸੁਨੀਲ ਜਾਖੜ ਨੇ ਉਸ ਵੱਲ ਇਸ਼ਾਰਾ ਕੀਤਾ। ਹੁਣ ਉਹਨਾਂ ਨੇ ਗੱਲ ਉੱਤਰਾਖੰਡ ਦੀ ਉਹਨਾਂ ਨੇ ਇਸ ਕਰਕੇ ਜੋੜੀ ਹੈ ਨਾਲ ਕਿ ਰਾਵਤ ਸਾਹਿਬ ਜਿਹੜੇ ਪੰਜਾਬ ਕਾਂਗਰਸ ਦੇ ਇੰਚਾਰਜ ਸੀ ਤੇ ਜਿਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਸਾਰਾ ਕੁਝ ਉਥਲ ਪੁਥਲ ਹੋਈ ਹੈ ਤੇ ਉਹ ਹੱਥ ਜੋੜ ਕੇ ਇੱਥੋਂ ਛੁੱਟ ਕੇ ਗਏ ਸੀ, ਇੱਕ ਰਾਵਤ ਨੂੰ ਫਸਾ ਗਏ ਆਪਣੀ ਜਗ੍ਹਾ ਤੇ ਹਾਲਤ ਉਹਨਾਂ ਦੀ ਵੀ ਉਹੀ ਹੈ। ਤੇ ਉਹਨਾਂ ਨੇ ਰੱਜ ਕੇ ਜੰਮ ਕੇ ਪੜਾਸ ਕੱਢੀ ਹੈ। ਤੇ ਉਹਨਾਂ ਨੇ ਜਸਵੀਰ ਡਿੰਪਾ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ, ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਬਾੜਮੇਰ ਦਾ ਠੱਗ ਜਿਹੜਾ ਇੱਕ ਹਰੀਸ਼ ਰਾਵਤ ਨੂੰ ਉਹਨਾਂ ਨੇ ਕਹਿ ਦਿੱਤਾ ਸੀ ਕਿ ਉਹ ਇੱਥੇ ਆਇਆ ਹੋਇਆ ਤੇ ਉਹਨੇ ਪੰਜਾਬ ਦਾ ਇਹ ਬੇੜਾ ਗਰਕ ਕੀਤਾ। ਖੈਰ, ਇਹ ਗੱਲਾਂ ਵੀ ਅਸੀਂ ਵਿਚਾਰਦੇ ਹਾਂ ਕਿ ਬੇੜਾ ਗਰਕ ਕਿਸ ਤਰ੍ਹਾਂ ਹੋਇਆ ਜਾਂ ਹੋਇਆ ਵੀ ਹੈ ਕਿ ਨਹੀਂ ਹੋਇਆ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਫਿਰ ਉਹ ਬੀਬੀ ਅੰਬਿਕਾ ਸੋਨੀ ਦੇ ਬਿਆਨ ਤੇ ਆ ਕੇ ਟਿਕ ਜਾਂਦੇ ਨੇ। ਬੜੀ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਦੇ ਪਿਤਾ ਜੀ ਸ੍ਰੀ ਬਲਰਾਮ ਜਾਖੜ ਜਦੋਂ ਉਹ ਕੇਂਦਰ ਦੇ ਵਿੱਚ ਉੱਚ ਅਹੁਦੇ ਤੇ ਰਹੇ, ਉਹ ਵੱਡੇ ਵੱਡੇ ਅਹੁਦਿਆਂ ਤੇ ਖੇਤੀਬਾੜੀ ਮੰਤਰੀ, ਲੋਕ ਸਭਾ ਦੇ ਸਪੀਕਰ, ਪੰਜਾਬ ਵਿਧਾਨ ਸਭਾ ਦੇ ਸਪੀਕਰ ਵੀ ਰਹੇ, ਇੰਨੇ ਵੱਡੇ ਆਗੂ ਦੇ ਇਹ ਪੁੱਤਰ ਹੋ ਕੇ ਤੇ ਇਹਨਾਂ ਨੇ ਅੱਜ ਆਵਾਜ਼ ਜਿਹੜੀ ਉਠਾਈ ਹੈ ਤੇ ਨਾਲ ਕਹਿੰਦੇ ਵੀ ਨਹੀਂ ਕਿ 50 ਸਾਲ ਦਾ ਤੇ 3 ਪੀੜ੍ਹੀਆਂ ਦਾ ਰਿਸ਼ਤਾ ਜਿਹੜਾ ਸਾਡਾ ਕਾਂਗਰਸ ਨਾਲ ਖਤਮ ਹੋਣ ਜਾ ਰਿਹਾ ਹੈ। ਉਹ ਖਤਮ ਤਾਂ ਨਹੀਂ ਹੋਇਆ, ਸੁਨੀਲ ਜਾਖੜ ਦਾ ਖਤਮ ਹੋਇਆ ਹੋ ਸਕਦਾ, ਅਜੇ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਕਾਂਗਰਸ ਦੇ। ਪਰ ਉਹਨਾਂ ਨੂੰ ਇਸ ਗੱਲ ਦਾ ਵੀ ਗੁੱਸਾ ਆਇਆ ਨਾ, ਕਹਿੰਦੇ 50 ਸਾਲਾਂ ਤੋਂ ਤੁਹਾਡੇ ਨਾਲ ਜੁੜੇ ਸਾਂ ਤੇ ਤੁਹਾਨੂੰ ਮੇਰੇ ਨਾਲ ਗੱਲ ਕਰਨ ਲੱਗਿਆ ਸ਼ਰਮ ਆਉਂਦੀ ਸੀ ਵੀ ਤੁਸੀਂ ਨੋਟਿਸ ਕੱਢ ਮਾਰਿਆ। ਮੈਂ ਇਹ ਗੱਲ ਉਹਨਾਂ ਦੀ ਸਮਝ ਸਕਦਾ, ਪਰ ਅਸਲੀ ਚੀਜ਼ ਜਿਹੜੀ ਹੈ ਨਾ ਉਹਨਾਂ ਦੇ ਅੰਦਰ, ਉਹ ਮੁੱਖ ਮੰਤਰੀ ਦੀ ਕੁਰਸੀ ਤੇ ਜਿਹੜਾ ਹੱਥ ਉਹਨਾਂ ਦਾ ਇਸ ਤਰ੍ਹਾਂ ਪਿਆ ਹੋਇਆ ਸੀ ਨਾ, ਤੇ ਉਹ ਕਿਸੇ ਨੇ ਝਟਕ ਕੇ ਪਰੇ ਲਾਤਾ, ਲਓ ਜੀ। ਉਹ ਅੰਬਿਕਾ ਸੋਨੀ ਤੇ ਸਾਰੀ ਪੜਾਸ ਕੱਢਦੇ ਨੇ ਕਿ ਅੰਬਿਕਾ ਸੋਨੀ ਨੇ ਇਹ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਿੱਖ ਹੀ ਹੋਣਾ ਚਾਹੀਦਾ। ਇੱਕ ਤੇ ਉਹਨਾਂ ਦੀ ਮੈਨੂੰ ਖਾਸ ਗੱਲ ਇਹ ਲੱਗੀ ਕਿ ਉਹ
ਅੰਬਿਕਾ ਸੋਨੀ ਦੇ ਵਿਅਕਤੀਗਤ ਜੀਵਨ ਦੇ ਬਾਰੇ ਉਹਨਾਂ ਦੀ ਇੱਕ ਟਿੱਪਣੀ ਹੋਈ ਆ ਉਸ ਦੇ ਵਿੱਚ, ਜੀ, ਜਿਸ ਦੇ ਵਿੱਚ ਉਹ ਸੰਜੇ ਗਾਂਧੀ ਦੇ ਨਾਲ ਉਹਨਾਂ ਦੀ ਨੇੜਤਾ ਨੂੰ ਜਿਹੜਾ ਉਹ ਦੱਸ ਕੇ ਤੇ ਇੰਦਰਾ ਗਾਂਧੀ ਵਾਲਾ ਐਮਰਜੈਂਸੀ ਵਾਲੇ ਸਮੇਂ ਨੂੰ ਉਹਨਾਂ ਦੇ ਕੁਝ ਬਿਆਨਾਂ ਨੂੰ ਫਿਰ ਸਾਹਮਣੇ ਰੱਖਦੇ ਨੇ ਕਿ ਉਦੋਂ ਅੰਬਿਕਾ ਸੋਨੀ ਨੇ ਕੀ ਕਿਹਾ ਸੀ ਤੇ ਕੀ ਕੀਤਾ ਸੀ। ਤੇ ਸੋਨੀਆ ਗਾਂਧੀ ਨੇ ਤਾਂ ਉਹਨਾਂ ਨੂੰ ਹਾਈ ਬੁੱਕਸ ਦੇ ਵਿੱਚ ਰੱਖਿਆ ਹੋਇਆ। ਖੈਰ, ਉਹ ਰਾਜ ਸਭਾ ਦੀ ਮੈਂਬਰੀ ਹੁਣ ਉਹਨਾਂ ਦੀ ਖਤਮ ਹੋਣ ਜਾ ਰਹੀ ਆ। ਅੰਬਿਕਾ ਸੋਨੀ ਦੇ ਬਾਰੇ ਨਹੀਂ ਭੁੱਲਣਾ ਚਾਹੀਦਾ। ਇਹ ਵੀ ਰਿਪੋਰਟਾਂ ਆਈਆਂ ਸੀ ਕਿ ਸੁਨੀਲ ਜਾਖੜ ਤੋਂ ਪਹਿਲਾਂ ਅੰਬਿਕਾ ਸੋਨੀ ਨੂੰ ਵੀ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਪੇਸ਼ਕਸ਼ ਹੋਈ ਸੀ, ਤੇ ਜਿਹੜੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਜਗ੍ਹਾ ਨਹੀਂ ਲੈ ਸਕਦੀ, ਮੈਂ ਆਪਣੇ ਆਪ ਨੂੰ ਨਹੀਂ ਸਮਝਦੀ। ਖੈਰ, ਉਹਨਾਂ ਦੇ ਹੋਰ ਕਾਰਨ ਰਹੇ ਹੋਣਗੇ। ਤੇ ਜੇ ਉਹਨਾਂ ਨੇ ਕਿਹਾ ਕਿ ਇੱਕ ਸਿੱਖ ਹੀ ਪੰਜਾਬ ਦਾ ਮੁੱਖ ਮੰਤਰੀ ਹੋਣਾ ਚਾਹੀਦਾ, ਤੇ ਉਹਨਾਂ ਨੇ ਡਬਲ ਗੇਮ ਜਿਹੜੀ ਖੇਡੀ ਕਿ ਸਿੱਖ ਵੀ ਬਣਾਓ ਤੇ ਦਲਿਤ ਭਾਈਚਾਰੇ ਵਾਲਾ ਵੀ ਬਣਾਓ। ਤੇ ਕਹਿੰਦੇ ਮੇਰੀ ਭਵਿੱਖ ਬਣੀ ਆ ਵੀ ਕਾਂਗਰਸ ਦੇ ਪੈਰ ਜਿਹੜੇ ਉਹ ਪੰਜਾਬ 'ਚ ਨਹੀਂ ਲੱਗਣੇ। ਰਾਹੁਲ ਲਈ ਸੁਰ ਥੋੜੇ ਜਿਹੇ ਨਰਮ ਸੀ, ਪਰ ਅੰਬਿਕਾ ਸੋਨੀ ਦੇ ਬਹਾਨੇ ਸੋਨੀਆ ਤੇ ਤਿੱਖੇ ਵਾਰ ਕਰ ਗਏ। ਸੋਨੀਆ ਤੇ ਤਿੱਖੇ ਵਾਰ ਇਸ ਕਰਕੇ ਕਰਦੇ ਨੇ ਕਿ ਸੋਨੀਆ ਤੇ ਅੰਬਿਕਾ ਜਿਹੜੇ ਨੇ, ਜਿਵੇਂ ਬਾਰ-ਬਾਰ ਕਹਿੰਦੇ ਨੇ ਕਿ ਤੁਹਾਡੇ ਨਾਲ ਬੈਠੇ ਨੇ ਚਿੰਤਨ ਸ਼ਿਵਰ ਦੇ ਵਿੱਚ, ਤੇ ਤੁਸੀਂ ਉਹ ਬੋਲ ਰਹੇ ਨੇ, ਸਾਰੀਆਂ ਗੱਲਾਂ ਕਰਨੀਆਂ ਨੇ ਉਹਨਾਂ ਨੇ, ਤੇ ਬੜੇ-ਬੜੇ ਉਹ ਜਿਹੜੇ ਵਿਸ਼ਲੇਸ਼ਣ ਵਰਤਦੇ ਨੇ ਉਹਨਾਂ ਲਈ, ਸਾਰਿਆਂ ਆਗੂਆਂ ਲਈ। ਤੇ ਨਾਲ ਕਹਿੰਦੇ ਨੇ ਕਿ ਇਸ ਇੱਕ ਅਜਿਹੇ ਆਗੂ ਤੋਂ ਮੈਨੂੰ ਨੋਟਿਸ ਦਵਾਇਆ ਗਿਆ ਜਿਹਦਾ ਆਪਣਾ ਰਿਕਾਰਡ ਇਹੋ ਜਿਹਾ ਹੈ ਕਿ ਜਿਹੜਾ ਕਹਿੰਦਾ ਸੀ ਕਿ ਇੱਕ ਵਿਦੇਸ਼ੀ ਮਹਿਲਾ ਨੂੰ ਮੈਂ ਕਾਂਗਰਸ ਦੀ ਪ੍ਰਧਾਨ ਨਹੀਂ ਦੇਖਣਾ ਚਾਹੁੰਦਾ, ਉਹ ਬੀਜੇਪੀ ਵਿੱਚ ਚਲਾ ਗਿਆ ਸੀ ਤੇ ਹੁਣ ਕਾਂਗਰਸ ਵਿੱਚ ਬੈਠਾ, ਤੇ ਉਹਦੇ ਕੋਲੋਂ ਮੈਨੂੰ ਨੋਟਿਸ ਦਵਾਇਆ ਗਿਆ। ਗੱਲ ਤੇ ਉਹਨਾਂ ਦੀ ਠੀਕ ਹੈ, ਪਰ ਅਸਲੀ ਪੜਾਸ ਜਿਹੜੀ ਅੰਬਿਕਾ ਸੋਨੀ ਦੇ ਵੱਲ ਹੀ ਆ। ਉਹ ਮੁੱਖ ਮੰਤਰੀ ਨਹੀਂ ਬਣ ਸਕੇ। ਇਸੇ ਗੱਲ ਦਾ ਇਹ ਸਾਰਾ ਗਿਲਾ ਹੈ, ਤੇ ਇਸੇ ਗੱਲ ਦੇ ਵਿੱਚੋਂ ਇਹ ਸਾਰੀਆਂ ਗੱਲਾਂ ਉਪਜ ਰਹੀਆਂ ਨੇ। ਜੇ ਉਹ ਗਿਲਾ ਜਿਹੜਾ ਸੀ ਨਾ ਹੁੰਦਾ, ਚਰਨਜੀਤ ਸਿੰਘ ਚੰਨੀ ਵਾਲਾ ਜਾਂ ਜੋ ਜਿਸ ਨੂੰ ਵੀ ਇਹਨਾਂ ਨੇ ਉਹ ਬਿਆਨ ਆਖਿਆ ਪੈਰ ਦੀ ਜੁੱਤੀ ਵਾਲਾ, ਉਹ ਬਿਆਨ ਨਾ ਦਿੰਦੇ ਤੇ ਅੱਜ ਇਹ ਨੌਬਤ ਨਹੀਂ ਸੀ ਆਉਣੀ। ਇਸੇ ਗੱਲ ਤੋਂ ਪਵਾੜਾ ਪਿਆ ਤੇ ਜਾਂਦੇ ਜਾਂਦੇ ਫੇਰ ਰਗੜਾ ਲਾ ਗਿਆ ਉਹਨਾਂ ਨੂੰ। ਬਿਲਕੁਲ ਰਗੜਾ ਲਾ ਗਿਆ। ਪਰ ਅੱਜ ਹੁਣ ਤਾਂ ਉਹਨਾਂ ਨੇ ਇਹ ਗੱਲ ਹੈ ਨਾ ਕਿ ਤੁਸੀਂ ਮੇਰਾ ਹੁਣ ਕੀ ਵਿਗਾੜ ਲਓਗੇ। ਜਿਵੇਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ, 20 ਗੱਲਾਂ ਹੋਈਆਂ ਹੋਣਗੀਆਂ। ਜਿੱਦਣ ਉਹ ਲੱਥਦੇ ਨੇ, ਅਗਲੇ ਦਿਨ ਹੀ ਰੂਸਾ ਆਲਮ ਦੇ ਜੀਵਨ ਬਾਰੇ ਵਿਸ਼ਲੇਸ਼ਣ ਸਾਰਿਆਂ ਨੇ ਕਰਨੇ ਸ਼ੁਰੂ ਕੀਤੇ ਨੇ, ਫੋਟੋਆਂ ਆ ਜਾਂਦੀਆਂ ਨੇ, ਸਭ ਕੁਝ ਆ ਜਾਂਦਾ। ਉਨੀ ਦੇਰ ਤੱਕ ਤੇ ਬੋਲੇ ਨਹੀਂ, ਕਿਉਂਕਿ ਪੰਜਾਬ ਪੁਲਿਸ ਉਹਨਾਂ ਦੇ ਕੋਲ ਹੈ, CID ਉਹਨਾਂ ਦੇ ਕੋਲ ਹੈ, ਸਭ ਕੁਝ ਹੈ, ਵਿਜੀਲੈਂਸ ਹੈ, ਤੇ ਬੋਲੂ ਕੌਣ? ਉਦਣ ਤੱਕ ਤੇ ਉਹ ਫਿਰ ਬਾਅਦ ਵਿੱਚ ਸਾਰੇ ਸੋਚਦੇ ਨੇ ਕਿ ਹੁਣ ਮੇਰਾ ਕੀ ਵਿਗਾੜ ਲੈਣ, ਕਿ ਹੁਣ ਰੱਜ ਕੇ ਗੱਲਾਂ ਕਰੋ। ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਾਂਗਰਸ ਦੇ ਰਿਕਾਰਡ ਦੀ, ਕਿ ਕਾਂਗਰਸ ਇਹੋ ਜਿਹੀ ਨਹੀਂ ਹੈ ਕਿ ਕ੍ਰਿਮੀਨਲ ਪੋਲਿਟਿਕਸ ਖੇਡੇ, ਜਿਸ ਵਿੱਚ ਹਿੰਦੂ, ਸਿੱਖ, ਮੁਸਲਿਮ ਜਾਂ ਕਿਸੇ ਬਾਰੇ ਸੋਚੇ ਕਿ ਇਹਨੂੰ ਇੱਥੇ ਬਣਾ ਦਈਏ ਤੇ ਸਾਨੂੰ ਵੋਟਾਂ ਦਾ ਫਾਇਦਾ ਹੋਵੇਗਾ। ਇੱਥੇ ਸੁਨੀਲ ਜਾਖੜ ਨਾਲ ਮੈਂ ਸਹਿਮਤ ਨਹੀਂ। ਇਹ ਬੀਜੇਪੀ ਸ਼ਰੇਆਮ ਖੇਡਦੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਖੇਡੀ ਕਾਂਗਰਸ ਨੇ ਵੀ ਇਹੋ ਹੀ ਖੇਡ ਹੈ ਪਿਛਲੇ 50-60 ਸਾਲਾਂ ਦੇ ਵਿੱਚ, ਚਾਹੇ ਲੁਕਵੀਂ ਖੇਡੀ ਹੋਵੇ ਤੇ ਚਾਹੇ ਸਾਹਮਣੇ ਆ ਕੇ ਖੇਡੀ ਹੋਵੇ। ਇਹ ਕੋਟਾ ਸਿਸਟਮ, ਰਿਜ਼ਰਵੇਸ਼ਨ, ਸਾਰਾ ਕੁਝ ਵੋਟ ਬੈਂਕ ਦੀ ਰਾਜਨੀਤੀ ਨੂੰ ਹੀ ਅੱਗੇ ਲਿਆਉਣ ਲਈ ਹੀ, ਵੋਟ ਬੈਂਕ ਨੂੰ ਸਾਹਮਣੇ ਰੱਖ ਕੇ ਹੀ ਜਿਹੜਾ ਹੈ ਉਹ ਕੀਤਾ ਗਿਆ, ਤਾਂ ਕਿ ਸਾਨੂੰ ਵੱਧ ਤੋਂ ਵੱਧ ਜਿਹੜੀ ਲੋਕਾਂ ਦੀ ਸਪੋਰਟ ਹਾਸਲ ਹੋ ਸਕੇ। ਜੇ ਪੰਜਾਬ ਦੇ ਵਿੱਚ ਇਹ ਕਹਿ ਦਿੱਤਾ ਕਿ ਸਿੱਖਾਂ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਹੈ, ਤੇ ਉਹ ਕੱਲਿਆਂ ਨੇ ਤਾਂ ਕਿਹਾ ਨਹੀਂ। ਅਕਾਲੀ ਦਲ ਵਾਲੇ ਪਹਿਲੇ ਐਲਾਨ ਕਰ ਚੁੱਕੇ ਸੀ, ਤੇ ਆਮ ਆਦਮੀ ਪਾਰਟੀ ਨੇ ਜਿੱਦਣ ਭਗਵੰਤ ਮਾਨ ਦਾ ਨਾਮ ਵੀ ਨਹੀਂ ਸੀ ਆਇਆ, ਉਸ ਦਿਨ ਕੇਜਰੀਵਾਲ ਨੇ ਕਹਿ ਦਿੱਤਾ ਸੀ ਕਿ ਸਿੱਖ ਸਮਾਜ 'ਚ ਹੋਏਗਾ। ਠੀਕ ਹੈ, ਇੱਥੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਗੱਲ ਇਸ ਹੱਦ ਤੱਕ ਉਹਨਾਂ ਦੀ ਗੱਲ ਠੀਕ ਹੈ ਕਿ ਪੰਜਾਬ ਦੇ ਲੋਕਾਂ ਨੇ ਧਰਮ ਦੀ ਰਾਜਨੀਤੀ ਤੇ ਦਲਿਤ ਭਾਈਚਾਰੇ ਦੇ ਨਾਂ ਦੀ ਰਾਜਨੀਤੀ ਤੇ ਜਿਹੜਾ ਹੋਰ ਕੋਈ ਇਹੋ ਜਿਹੀ ਜਿਹੜੀ ਛੋਟੀ ਮੋਟੀ ਰਾਜਨੀਤੀ ਸੀ, ਉਸ ਨੂੰ ਨਕਾਰ ਕੇ ਆਮ ਸੋਚ ਦੇ ਤਹਿਤ ਵੋਟਾਂ ਪਾਈਆਂ। ਪਰ ਜੇ ਅਸੀਂ ਇਹ ਕਹਿ ਲਈਏ ਕਿ ਜੇ ਆਮ ਆਦਮੀ ਪਾਰਟੀ ਨੇ ਕਹਿ ਦਿੱਤਾ ਹੋਇਆ ਸੀ ਕਿ ਸਿੱਖ ਸਮਾਜ 'ਚ ਹੋਵੇਗਾ, ਫਿਰ ਜਿੱਤੀ ਤੇ ਆਮ ਆਦਮੀ ਪਾਰਟੀ ਹੈ, ਤੇ ਫਿਰ ਉਹਨਾਂ ਨੂੰ ਤਾਂ ਨਕਾਰਿਆ ਨਹੀਂ ਨਾ, ਉਹਨਾਂ ਨੇ ਵੀ ਤਾਂ ਇਹੋ ਗੱਲ ਕੀਤੀ ਸੀ ਨਾ। ਸੋ ਉੱਥੇ ਉਹਨਾਂ ਦਾ ਨਿਸ਼ਾਨਾ ਜਿਹੜਾ ਖੁੰਝਦਾ ਜਾਪਦਾ। ਪਰ ਕਾਂਗਰਸ ਨੂੰ ਜਿਹੜਾ ਉਹ ਪਿਛਲੇ ਸਮੇਂ 'ਚ ਬਰੀ ਕਰਦੇ ਨੇ ਕਿ ਉਹਨਾਂ ਨੇ ਕਦੀ ਧਰਮ, ਜਾਤ ਜਾਂ ਹੋਰ ਕਿਸੇ ਫਿਰਕੇ ਦੇ ਆਧਾਰ ਤੇ ਵੋਟ ਹਾਸਲ ਕੀਤੀ ਹੋਵੇ, ਇਹ ਦਾਅਵਾ ਉਹਨਾਂ ਦਾ ਗਲਤ ਹੈ। ਇਹ ਬੇਸ਼ੱਕ ਆਪਣਾ ਇਤਿਹਾਸ ਉਹ ਖੁਦ ਜਾਣਦੇ ਹੋਣਗੇ, ਬਹੁਤ ਸਾਰੀਆਂ ਇਹੋ ਜਿਹੀਆਂ ਉਦਾਹਰਨਾਂ ਉਹਨਾਂ ਨੂੰ ਮਿਲ ਜਾਣਗੀਆਂ। ਅਜੇ ਤਾਂ ਜੂਨ ਮਹੀਨਾ ਆਉਣ ਵਾਲਾ ਹੈ, ਫਿਰ 1984 ਦਾ ਜਿਹੜਾ ਅਕਤੂਬਰ ਮਹੀਨਾ ਯਾਦ ਆਵੇਗਾ ਸਾਰਿਆਂ ਨੂੰ ਕਿ ਕਿਸ ਤਰ੍ਹਾਂ ਉੱਥੇ ਇੱਕ ਭਾਈਚਾਰੇ ਨੂੰ ਬਦਨਾਮ ਕਰਨ ਵਾਸਤੇ ਜਿਹੜਾ ਸੀ ਕਾਂਗਰਸ ਨੇ ਚਾਲਾਂ ਖੇਡੀਆਂ। ਕਹਿੰਦੇ ਦੱਸਿਆ ਜਾਂਦਾ ਕਿ ਦਿੱਲੀ ਦੇ ਵਿੱਚ ਪੋਸਟਰ ਲੱਗੇ ਹੋਏ ਹੁੰਦੇ ਸੀ ਕਿ ਇੱਕ ਸਰਦਾਰ ਵਿਅਕਤੀ ਇੱਕ ਟੈਕਸੀ ਵਿੱਚ ਬੈਠਾ ਹੋਇਆ, ਟੈਕਸੀ ਡਰਾਈਵਰ ਹੈ, ਤੇ ਪੱਗ ਵਾਲੇ ਵਿਅਕਤੀ ਦੀ ਫੋਟੋ ਲਾ ਕੇ ਪੋਸਟਰ ਲਵਾਏ ਗਏ ਕਈ ਵਿਧਾਇਕਾਂ ਵੱਲੋਂ, ਇਹਨਾਂ ਵੱਲੋਂ, ਉਮੀਦਵਾਰਾਂ ਵੱਲੋਂ, ਕਿ ਤੁਸੀਂ ਇਸ ਵਿਅਕਤੀ ਦੀ ਗੱਡੀ ਵਿੱਚ ਬੈਠਣਾ ਪਸੰਦ ਕਰੋਗੇ, ਜੇ ਨਹੀਂ ਕਰਦੇ ਤਾਂ ਤੁਸੀਂ ਹੁਣ ਕਾਂਗਰਸ ਨੂੰ ਵੋਟ ਪਾਓ। ਤੇ ਇਸ ਤਰ੍ਹਾਂ ਲੋਕਾਂ ਨੂੰ ਕੁਲਦੀਪ ਜੀ, ਇਧਰੋਂ ਸੁਨੀਲ ਜਾਖੜ ਕਾਂਗਰਸ ਨੂੰ ਅਲਵਿਦਾ ਕਹਿੰਦੇ ਨੇ, ਤੇ ਨਵਜੋਤ ਸਿੰਘ ਸਿੱਧੂ ਜਿਹੜੇ ਅਕਸਰ ਹੀ ਪੰਜਾਬ ਦੀ ਭਲਾਈ ਦੀ ਗੱਲ ਕਰਦੇ ਨੇ, ਉਹਨਾਂ ਨੇ ਕੱਢ ਕੇ ਟਵੀਟ ਮਾਰਿਆ, ਕਹਿੰਦੇ ਕਾਂਗਰਸ ਨੂੰ ਜਾਖੜ ਨੂੰ ਸਾਂਭ ਲੈਣਾ ਚਾਹੀਦਾ। ਉਹਨਾਂ ਨੇ ਜਾਖੜ ਨੂੰ ਸੋਨਾ ਵੀ ਦੱਸਿਆ। ਸਵਾਲ ਮੇਰਾ ਇਹ ਹੈ ਕਿ ਦੋਨਾਂ ਦੀ ਜਿਹੜੀ ਦਾਲ ਆ ਉਹ ਕਾਂਗਰਸ ਦੇ ਵਿੱਚ ਬਹੁਤੀ ਗਲੀ ਨਹੀਂ, ਇਹਨਾਂ ਲਈ ਹੈ ਕੋਈ ਹੋਰ ਰਾਹ ਜਿਹੜਾ ਖੁੱਲਿਆ ਹੋਵੇ? ਇੱਕ ਦੀ ਤਾਂ ਗਲ ਚੁੱਕੀ ਆ ਸੁਨੀਲ ਜਾਖੜ ਵਾਲੀ, ਦੂਸਰੇ ਦੀ ਅਜੇ ਰਿਜਣੇ ਪਈ ਹੋਈ ਆ। ਉਹਦੇ ਵਿੱਚ ਉਹ ਗਲਦੀ ਹੈ ਕਿ ਨਹੀਂ ਗਲਦੀ, ਕਿੰਨੀਆਂ ਵਿਸਲਾਂ ਕੁੱਕਰ ਦੀਆਂ ਅਜੇ ਵੱਜਣੀਆਂ ਨੇ, ਕਿ ਚਿੰਤਨ ਸ਼ਿਵਰ ਦੇ ਵਿੱਚ ਫੈਸਲਾ ਹੋ ਜਾਵੇਗਾ ਜਾਂ ਆਉਣ ਵਾਲੇ ਦਿਨਾਂ ਵਿੱਚ ਅਨੁਸ਼ਾਸਨੀ ਕਮੇਟੀ ਫੈਸਲਾ ਕਰੇਗੀ।
ਉਹਨਾਂ ਨੇ ਗੱਲਾਂ ਤੇ ਸੁਨੀਲ ਜਾਖੜ ਨੇ ਜਿਹੜੀਆਂ, ਫਿਰ ਮੈਂ ਉਹੀ ਗੱਲ ਆ ਜਾਂਦੀ ਕਿ ਜਿਹੜੇ ਕਾਂਗਰਸ ਦੀ ਵਰਕਿੰਗ ਦੀ ਗੱਲ ਕੀਤੀ, ਜਿਹੜੇ ਸਵਾਲ ਉਠਾਏ ਨੇ ਨਾ, ਉਹ ਇੱਕ ਵਾਸਤੇ ਕਾਨੂੰਨ ਹੋਰ ਹੈ ਤੇ ਦੂਸਰੇ ਵਾਸਤੇ ਹੋਰ ਹੈ। ਉਹਨਾਂ ਨੇ ਜਿਹੜੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਦੀ ਸਪੋਰਟ ਦੇ ਵਿੱਚ ਕੀਤੀਆਂ ਨੇ ਕਿ ਭਾਵੇਂ ਮੇਰੇ ਵਿਚਾਰਕ ਮਤਭੇਦ ਉਹਨਾਂ ਨਾਲ ਹੋਣ, ਪਰ ਮੈਂ ਐਸ ਗੱਲਾਂ ਤੇ ਉਹਨਾਂ ਨਾਲ ਸਹਿਮਤ। ਉਸ ਦਾ ਕਸੂਰ ਕੀ ਹੈ ਕਿ ਪੰਜਾਬ ਦੇ ਗਲਤ ਕੰਮਾਂ ਦੇ ਖਿਲਾਫ ਬੋਲਦਾ ਸੀ, ਪੰਜਾਬ ਦੇ ਮੁੱਖ ਮੰਤਰੀ ਜੋ ਗਲਤ ਕੰਮ ਕਰ ਰਿਹਾ ਸੀ, ਕਿ ਉਸ ਦੇ ਵਿਰੁੱਧ ਆਵਾਜ਼ ਉਠਾਉਣਾ ਉਸ ਦੀ ਗਲਤੀ ਹੈ, ਜਾਂ ਪੰਜਾਬ ਦੀਆਂ ਚੋਣਾਂ ਹਾਰ ਜਾਣ ਦਾ ਭਾਂਡਾ ਉਸ ਦੇ ਸਿਰ ਭੰਨਿਆ ਜਾ ਰਿਹਾ। ਇਹ ਸਾਰੀਆਂ ਗੱਲਾਂ ਸੱਚੀਆਂ ਨੇ ਉਹਨਾਂ ਦੀਆਂ। ਤੇ ਜੋ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦੀ ਵੀ ਸਪੋਰਟ ਕੀਤੀ ਕਿ ਇੱਕ ਜਿਹੜਾ ਖਰਾ ਸੋਨਾ ਜਾਂ ਹੀਰਾ ਜਿਹੜਾ ਜਾ ਰਿਹਾ ਕਾਂਗਰਸ ਕੋਲੋਂ, ਤੇ ਉਹਨੂੰ ਰੱਖਣਾ ਚਾਹੀਦਾ, ਮੈਨੂੰ ਲੱਗਦਾ ਨਹੀਂ। ਪਰ ਅਜੇ ਤੱਕ ਕਾਂਗਰਸ ਜਿਹੜਾ ਇਸ 'ਤੇ ਵਿਚਾਰ ਕਰੇਗੀ। ਵੱਡਾ ਲਾਸ ਹੋਇਆ ਕਾਂਗਰਸ ਨੂੰ, ਪੰਜਾਬ ਨੂੰ ਜੇ ਕਿਸੇ ਗਿਣਤੀ 'ਚੋਂ ਗਿਣਦੇ ਨੇ, ਕਿਉਂਕਿ ਪੰਜਾਬ 'ਤੇ ਬੜਾ ਮਾਣ ਕੀਤਾ ਕਾਂਗਰਸ ਨੇ ਉਹ ਪਿਛਲੇ ਸਮਿਆਂ ਦੇ ਵਿੱਚ, ਜਦੋਂ ਸਾਰੀਆਂ ਸਟੇਟਾਂ ਉਹਨਾਂ ਕੋਲੋਂ ਖੁੱਸਣ ਦੇ ਕਿਨਾਰੇ ਸੀ ਤੇ ਐਬਸੋਲਿਊਟ ਮੈਜੋਰਿਟੀ ਜਿਹੜੀ ਸੀ ਇਕੱਲੇ ਪੰਜਾਬ ਦੇ ਵਿੱਚ ਸੀ। ਬਹੁਤੀਆਂ ਸਟੇਟਾਂ ਵਿੱਚੋਂ ਸਫਾਇਆ ਹੋ ਚੁੱਕਾ ਹੈ ਤੇ ਹੁਣ ਹੋਰ ਗਾਂਹ ਹੋਣ ਦੀਆਂ ਇਸ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਰਾਜਸਥਾਨ ਵਗੈਰਾ ਦੀਆਂ ਬੜੀਆਂ ਹੋਈਆਂ ਨੇ। ਜੇ ਇਹੋ ਹੀ ਹਾਲ ਰਿਹਾ, ਹਿਮਾਚਲ ਦੇ ਵਿੱਚ ਕੋਈ ਹਾਲ ਨਹੀਂ, ਅੱਜ ਇਲੈਕਸ਼ਨਾਂ ਹੋਣੀਆਂ ਨੇ ਤੇ ਉੱਥੇ ਕੋਈ ਪੁੱਛ ਪੜਤਾਲ ਨਹੀਂ ਹੈ, ਗੁਜਰਾਤ ਦੇ ਵਿੱਚ ਕੋਈ ਪੈਰ ਨਹੀਂ ਲੱਗ ਰਿਹਾ, ਯੂਪੀ ਦਾ ਹਾਲ ਤੁਸੀਂ ਤਾਜ਼ਾ ਵੇਖ ਲਿਆ, ਉੱਤਰਾਖੰਡ ਦਾ ਵੇਖ ਲਿਆ, ਗੋਆ ਦਾ, ਹੋਰ ਸਾਰਿਆਂ ਦਾ ਵੇਖ ਲਿਆ, ਤੇ ਗੱਲ ਤੇ ਕਿਤੇ ਬਣ ਨਹੀਂ ਨਾ ਰਹੀ। ਜੇ ਪੰਜਾਬ ਦੇ ਦੋ ਇਹਨਾਂ ਵੱਡੇ ਆਗੂਆਂ ਨੂੰ ਕਾਂਗਰਸ ਸਾਹਮਣੇ ਦੇ ਵਿੱਚ ਨਾਕਾਮ ਰਹਿੰਦੀ ਹੈ, ਨਵਜੋਤ ਸਿੰਘ ਸਿੱਧੂ ਨੇ ਤਾਂ ਸੁਨੀਲ ਜਾਖੜ ਦੀ ਗੱਲ ਕੀਤੀ ਹੈ ਨਾ, ਮੈਂ ਦੋਨਾਂ ਦੀ ਗੱਲ ਕਰਾਂਗਾ, ਜੇ ਇਹਨਾਂ ਦੋਨਾਂ ਨੂੰ ਸਾਹਮਣੇ ਦੇ ਵਿੱਚ ਨਾਕਾਮ ਰਹਿੰਦੀ ਹੈ ਕਾਂਗਰਸ, ਤੇ ਘਾਟਾ ਸਿਰਫ ਉਹਨਾਂ ਨੂੰ ਪਏਗਾ। ਇਹਨਾਂ ਦੇ ਅੱਗੇ ਕਿਹੜਾ ਰਸਤਾ ਹੈ ਦੋਨਾਂ ਅੱਗੇ? ਸੁਨੀਲ ਜਾਖੜ ਦੇ ਤੇ ਨਵਜੋਤ ਸਿੰਘ ਸਿੱਧੂ ਦੇ ਵੱਖਰੀ ਗੱਲ ਕਰ ਲੈਂਦੇ ਆ। ਸੁਨੀਲ ਜਾਖੜ ਵਾਸਤੇ ਕਿਹੜੇ ਰਸਤੇ ਨੇ? ਸੁਨੀਲ ਜਾਖੜ ਜੇ ਤਾਂ ਉਹ ਕਹਿੰਦੇ ਨੇ, ਜਿਹੜੀ ਗੱਲ ਉਹਨਾਂ ਨੇ ਜ਼ੋਰ ਦੇ ਕੇ ਕਹੀ ਹੈ ਕਿ ਕਮਿਊਨਲ ਜਿਹੜਾ ਇੱਕ ਰਾਜਨੀਤੀ ਆ, ਧਰਮ ਦੇ ਨਾਂ ਦੀ ਰਾਜਨੀਤੀ, ਜਾਂ ਵੋਟ ਮੰਗਣੀ ਜਾਂ ਲੈਣੀ ਜਾਂ ਦੇਣੀ, ਇਹ ਵੋਟ ਬੈਂਕ ਇਸ ਰਾਜਨੀਤੀ ਨੂੰ ਨਕਾਰਦੇ ਨੇ। ਇਸ ਨੂੰ ਉਹਨਾਂ ਨੇ ਰੱਜ ਕੇ ਭੰਡਿਆ ਅੱਜ ਦੀ ਆਪਣੀ ਗੱਲਬਾਤ। ਜੇ ਅਸੀਂ ਮੰਨ ਲਈਏ ਇੱਕ ਮਿੰਟ ਲਈ ਕਿ ਬੀਜੇਪੀ ਵਿੱਚ ਜਾਣਗੇ, ਤੇ ਬੀਜੇਪੀ ਤੇ ਰਾਜਨੀਤੀ ਇਸੇ ਗੱਲ ਦੀ ਕਰਦੀ ਹੈ। ਬਿਲਕੁਲ। ਹੁਣ ਜੇ ਅਸੀਂ ਕਰ ਲਈਏ ਕਿ ਉਹ ਹੋਰ ਕਿੱਥੇ ਜਾ ਸਕਦੇ ਨੇ, ਸਾਂਝ ਤੇ ਉਹਨਾਂ ਦੀ ਅਕਾਲੀਆਂ ਨਾਲ ਵੀ ਹੈ, ਇਲਾਕਾ ਇੱਕੋ ਹੈ। ਤੇ ਅੱਜ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਹੈ, ਉਹਨਾਂ ਨੇ ਹਿੰਦੀ, ਪੰਜਾਬੀ, ਹਰਿਆਣਵੀ, ਬਾਗੜੀ, ਇਹ 3-4 ਬੋਲੀਆਂ, ਅੰਗਰੇਜ਼ੀ, ਉਰਦੂ, ਇਹ 6-7 ਬੋਲੀਆਂ ਦਾ ਉਹਨਾਂ ਨੇ ਮਿਸ਼ਰਣ ਤਿਆਰ ਕਰਕੇ ਸੋਹਣਾ ਬੋਲੇ ਨੇ, ਤੇ ਉਹਨਾਂ ਨੇ ਆਪਣੀ ਗੱਲ ਕੀਤੀ ਹੈ। ਤੇ ਮੈਂ ਸਮਝਦਾ ਕਿ ਉਹਨਾਂ ਲਈ ਅਕਾਲੀ ਦਲ ਨਾਲ, ਭਾਵੇਂ ਜਿਵੇਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਚੌਧਰੀ ਸਾਹਿਬ ਕਹਿੰਦੇ ਨੇ ਜੀ, ਤੇ ਉਹ ਵੀ ਗੋਡੇ ਹੱਥ ਲਾਉਂਦੇ ਨੇ, ਚਾਚਾ ਜੀ ਕੀ ਹਾਲ ਚਾਲ ਹੈ, ਸਤਿ ਸ੍ਰੀ ਅਕਾਲ, ਤੇ ਉਹ ਗੱਲ ਉੱਥੇ ਤੱਕ ਹੀ ਹੈ। ਜੇ ਅਸੀਂ ਉਹ ਧਰਮ ਦੀ ਰਾਜਨੀਤੀ ਵਾਲੀ ਗੱਲ ਕਰੀਏ ਤਾਂ ਫਿਰ ਉਧਰ ਵੀ ਦਾਲ ਨਹੀਂ, ਉਹਨਾਂ ਦੀ ਗੱਲ ਨਹੀਂ। ਇੱਕੋ ਇੱਕ ਰਸਤਾ ਜਿਸਦਾ ਉਹਨਾਂ ਨੇ ਆਪਣੀ ਗੱਲਬਾਤ 'ਚ ਮਾੜਾ ਜਿਹਾ ਬਚਾਅ ਕੀਤਾ, ਆਮ ਆਦਮੀ ਪਾਰਟੀ ਬਚਦੀ ਹੈ, ਤੇ ਪਰ ਉਹਨਾਂ ਨੇ ਵੀ ਕਹਿ ਦਿੱਤਾ ਸੀ ਕਿ ਸਿੱਖ ਸਮਾਜ ਦੇ ਵਿੱਚੋਂ ਸਾਡਾ ਚਿਹਰਾ ਜਿਹੜਾ ਹੋਵੇਗਾ। ਤੇ ਨਵਜੋਤ ਸਿੰਘ ਸਿੱਧੂ ਦੀ ਗੱਲ, ਉਹ ਵੀ ਅਜੇ ਤਾਜ਼ਾ ਮਿਲ ਕੇ ਆਏ ਨੇ, ਤੇ ਉਦਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਅੱਜ ਪਹਿਲਾ ਟਵੀਟ ਕੀਤਾ ਸੁਨੀਲ ਜਾਖੜ ਦੇ ਹੱਕ ਵਿੱਚ, ਕੱਖ ਨਹੀਂ ਬੋਲੇ ਉਦਣ ਦੇ, ਤੇ ਚੁੱਪ ਨੇ। ਤੇ ਅਜੇ ਮੈਨੂੰ ਲੱਗਦਾ ਕਿ ਹੁਣ ਵੈਸੇ ਨਾ ਬੋਲਣਗੇ ਕੁਝ ਦਿਨਾਂ ਦੇ ਵਿੱਚ ਸਰਕਾਰ ਦੇ ਖਿਲਾਫ, ਪੰਜਾਬ ਸਰਕਾਰ ਦੇ। ਭਗਵੰਤ ਮਾਨ ਪ੍ਰਤੀ ਨਰਮ ਸੁਰ ਤੇ ਹੋਰ ਪਾਸਿਓਂ ਕੋਈ ਦਾੜ ਨਾ ਗਲਦੀ ਵੇਖ ਕੇ ਇੱਕੋ ਇੱਕ ਰਸਤਾ ਦੋਨਾਂ ਵਾਸਤੇ ਬਚਦਾ, ਆਮ ਆਦਮੀ ਪਾਰਟੀ। ਜੀ, ਹੁਣ ਢੱਕਣ ਦੇ ਥੱਲੇ ਕੀ ਰਿੱਝ ਰਿਹਾ ਹੈ ਸਾਨੂੰ ਨਹੀਂ ਪਤਾ। ਜਦੋਂ ਵੀ ਕੋਈ ਅਪਡੇਟ ਆਏਗੀ ਟਾਈਮ ਟੂ ਟਾਈਮ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ। ਫਿਲਹਾਲ ਪ੍ਰੋਗਰਾਮ 'ਚ ਇਸ ਵੇਲੇ ਵੇਲਾ ਜਿਹੜਾ ਹੈ ਛੋਟੀ ਜਿਹੀ ਬ੍ਰੇਕ ਦਾ ਹੈ, ਜਲਦ ਹਾਜ਼ਰ ਹੋਵਾਂਗੇ। ਬ੍ਰੇਕ ਤੋਂ ਬਾਅਦ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਪੰਜਾਬ ਦੀ ਗੱਲ ਕਰ ਰਹੇ ਹਾਂ ਤੇ 1200 ਕਰੋੜ ਦੀ ਬਿਜਲੀ ਜਿਹੜੀ ਆ ਸਾਲਾਨਾ ਪੰਜਾਬ 'ਚ ਚੋਰੀ ਹੁੰਦੀ ਹੈ। ਪੰਜਾਬ ਸਰਕਾਰ ਨੇ ਐਕਸ਼ਨ ਲੈ ਲਿਆ, ਉਹਨਾਂ ਨੇ ਕੁੰਡੀ ਹਟਾਓ ਮੁਹਿੰਮ ਜਿਹੜੀ ਉਹ ਸ਼ੁਰੂ ਕਰਤੀ ਹੈ। ਤੇ ਸਵਾਲ ਮੇਰਾ ਇਹ ਆ ਵੀ ਹੁਣ ਸ਼ਾਮਤ ਕਿਹਦੀ ਆਉਣੀ, ਕਿਹੜਾ ਫਸ ਜੂ ਕੁੜੀਕੇ 'ਚ? ਜਿਹੜਾ ਕੁੰਡੀ ਲਾਊ, ਪਹਿਲਾਂ ਉਹਨਾਂ ਦੀ ਆ ਰਹੀ ਹੈ, ਜਿਹੜੇ ਵੱਡੀਆਂ ਕੁੰਡੀਆਂ ਲਾ ਰਹੇ ਨੇ। ਪਰ ਹੈਰਾਨੀ ਦੀ ਗੱਲ ਆ, 2 ਦਿਨਾਂ ਦੇ ਵਿੱਚ ਇਹ ਮੁਹਿੰਮ ਜਿਹੜੀ ਚਲਾਈ ਹੈ, ਇਹਨਾਂ ਦੇ ਐਨਫੋਰਸਮੈਂਟ ਡਿਪਾਰਟਮੈਂਟ ਜਿਹੜਾ ਬਿਜਲੀ ਬੋਰਡ ਦਾ ਹੁੰਦਾ ਹੈ, ਪਹਿਲਾਂ ਬਿਜਲੀ ਬੋਰਡ ਕਹਿੰਦੇ ਸੀ, ਹੁਣ PSPCL ਕਹਿੰਦੇ ਨੇ, ਚਲੋ ਅਸੀਂ ਇਹ ਫੇਰ ਵੀ ਬੋਰਡ ਆਖ ਦਿੰਦੇ ਹਾਂ ਜੀ। ਉਹਨਾਂ ਵੱਲੋਂ ਛਾਪੇਮਾਰੀ ਕਰਕੇ ਮੋਟੇ ਥਾਣੇ ਤੇ ਚੌਂਕੀਆਂ ਦੀ ਚੈਕਿੰਗ ਕੀਤੀ ਗਈ। ਥਾਣੇ ਤੇ ਚੌਂਕੀਆਂ ਸਰਕਾਰੀ ਦਫ਼ਤਰਾਂ ਦੀ। ਅੱਛਾ। ਉਹਨਾਂ ਦੇ ਵਿੱਚੋਂ 66 ਥਾਣੇ ਤੇ ਚੌਂਕੀਆਂ ਜਿਹੜੀ ਸੀ ਫੜੇ ਗਏ, ਜਿਨ੍ਹਾਂ ਦੇ ਵਿੱਚ ਚੋਰੀ ਹੁੰਦੀ ਹੈ, ਤੇ ਉਹਨਾਂ ਨੂੰ ਜੁਰਮਾਨੇ ਹੋਣੇ ਨੇ। ਤੇ ਹੁਣ ਨੋਟਿਸ ਪਤਾ ਨਹੀਂ ਕਿਹਨੂੰ ਜਾਣਾ, ਕਿ ਉਹ ਥਾਣੇ ਦੇ ਮੁਖੀ ਨੂੰ, ਚੌਂਕੀ ਇੰਚਾਰਜ ਨੂੰ, SHO ਨੂੰ, DSP ਨੂੰ, ਪਤਾ ਨਹੀਂ ਕਿਹਨੂੰ ਜਾਏਗਾ। ਪਰ ਇੰਨੀ ਬਦ ਇੰਤਜ਼ਾਮੀ, ਇਸ ਦਾ ਜ਼ਿੰਮੇਵਾਰ ਕੌਣ ਹੈ? ਕਿੰਨੇ ਸਾਲਾਂ ਤੋਂ ਇਹ ਚੋਰੀ ਹੋ ਰਹੀ ਹੈ?
ਜੇ ਪੁਲਿਸ ਡਿਪਾਰਟਮੈਂਟ ਦੀ ਚੌਂਕੀ ਜਾਂ ਥਾਣੇ ਦੇ ਵਿੱਚ ਚੋਰੀ ਹੋ ਰਹੀ ਹੈ ਤੇ ਉਹ ਕਿਹਨੂੰ ਰੋਕਣਗੇ ਤੇ ਫੜਨਗੇ ਕਿਹਨੂੰ? ਬਿਲਕੁਲ। ਮੇਰੇ ਕੋਲ ਵਿਅਕਤੀਗਤ ਤੌਰ ਤੇ ਕਿਸ ਤਰ੍ਹਾਂ ਦੀ ਉਦਾਹਰਨ ਹੈ ਜਿਹੜੇ ਮੈਂ ਹੁਣ ਤਾਂ ਨਹੀਂ ਸਾਂਝੀ ਕਰਾਂਗਾ, ਪਰ ਪੜ੍ਹ ਕੇ ਸੁਣ ਕੇ ਉਸਨੂੰ ਹਾਸਾ ਵੀ ਆਉਂਦਾ ਤੇ ਖਿਝ ਵੀ ਆਉਂਦੀ ਹੈ ਕਿ ਆਹ ਹੋ ਰਿਹਾ ਸਾਡੇ ਮੁਲਕ ਦੇ ਵਿੱਚ। ਸਰਕਾਰਾਂ ਦਮਗਜੇ ਮਾਰਦੀਆਂ ਪਈਆਂ ਕਿ ਵਿਕਾਸ ਦੀ ਨੇਰੀ ਲਿਆ ਦਿੱਤੀ, ਅਸੀਂ ਆਹ ਕੀਤਾ, ਸੜਕਾਂ ਪੱਕੀਆਂ ਕਰਤੀਆਂ, ਫੋਟੋਆਂ ਪਤਾ ਨਹੀਂ ਕਿੱਥੇ ਦੀਆਂ ਲਾ ਕੇ ਪੁਲਾਂ ਦੀਆਂ, ਸੜਕਾਂ ਦੀਆਂ, ਸਕੂਲਾਂ ਦੀਆਂ, ਸਮਾਰਟ ਸਕੂਲ, ਸਮਾਰਟਫੋਨ, ਕਰਜ਼ੇ ਸਪਲਾਈ ਕਰਨੀ, ਆਟਾ ਕਰਨਾ, ਦਾਲਾਂ ਕਰਨੀਆਂ, ਮਿਡ ਡੇ ਮੀਲ ਹੈ। ਤੇ ਆਹ ਕੀ ਹੋ ਰਿਹਾ? ਮਹਿਕਮੇ ਨੂੰ ਚੂਨਾ ਆਪਣੇ ਆਪ ਹੀ ਲਾਈ ਜਾ ਰਹੇ ਨੇ, ਖੋਰਾ ਆਪ ਹੀ ਲਾਇਆ। ਤੇ ਬਦਨਾਮ ਕੌਣ? ਕਿਸਾਨ। ਮੋਟਰਾਂ ਦੀ ਬਿਜਲੀ ਫਰੀ ਹੈ ਜੀ, ਮੋਟਰਾਂ ਦੀ ਬਿਜਲੀ ਫਰੀ ਹੈ, ਇਸ ਕਰਕੇ ਨਹੀਂ ਘਾਟਾ ਪੂਰਾ ਹੋ ਰਿਹਾ। ਤੁਸੀਂ ਆਪ ਹੀ ਦੱਸਿਆ ਕਿ ਪਿਛਲੇ ਸਾਲ ਦੇ ਅੰਕੜੇ ਨੇ ਕਿ 1200 ਕਰੋੜ ਦੀ ਬਿਜਲੀ ਚੋਰੀ ਹੁੰਦੀ ਹੈ। ਮੈਨੂੰ ਨਹੀਂ ਪਤਾ ਇਹ ਅੰਕੜੇ ਕਿੱਦਾਂ ਲਏ ਨੇ, ਮੋਟਾ ਜਿਹਾ ਇੱਕ ਅੰਦਾਜ਼ਾ ਹੈ ਵੈਸੇ ਜੀ ਬਿਲਕੁਲ, ਕਿ ਜਿੰਨੀ ਬਿਜਲੀ ਪ੍ਰੋਡਿਊਸ ਹੁੰਦੀ ਹੈ ਸਰਕਾਰੀ ਰਿਕਾਰਡ ਦੇ ਮੁਤਾਬਕ ਥਰਮਲ ਪਲਾਂਟ ਤੋਂ ਜਾਂ ਹਾਈਡਲ ਪਾਵਰ ਤੋਂ ਜਾਂ ਹੋਰ ਵੀ ਕਿਸੇ ਤਰੀਕੇ ਤੋਂ ਜਾਂ ਸੋਲਰ ਤੋਂ, ਉਹ ਬਿਜਲੀ ਜਦੋਂ ਫਿਰ ਟਰਾਂਸਮਿਸ਼ਨ ਕਰਕੇ ਉਸ ਨੂੰ ਜਿਹੜਾ ਲੋਕਾਂ ਤੱਕ ਭੇਜਿਆ ਜਾਂਦਾ ਹੈ, ਆਮ ਕੰਜ਼ਿਊਮਰ ਤੱਕ ਭੇਜਿਆ ਜਾਂਦਾ ਹੈ, ਤੇ ਫਿਰ ਉਸ ਪ੍ਰੋਡਿਊਸ ਕੀਤੀ ਹੋਈ ਬਿਜਲੀ ਤੇ ਜਿੰਨੀ ਦਾ ਬਿੱਲ ਲੋਕਾਂ ਨੂੰ ਦਿੱਤਾ ਜਾਂਦਾ ਉਹਦਾ ਫਰਕ ਕੱਢਿਆ ਜਾਂਦਾ ਤੇ ਉਹਨੂੰ ਚੋਰੀ ਸਮਝਿਆ ਜਾਂਦਾ। ਹੋ ਸਕਦਾ ਇੰਨੀ ਨਾ ਹੋਵੇ। ਕਾਰਨ ਇਹ ਹੈ ਕਿ ਇਸ ਵਿੱਚ ਟਰਾਂਸਮਿਸ਼ਨ ਲਾਸਿਸ ਵੀ ਬਹੁਤ ਨੇ। ਬਿਲਕੁਲ, ਨਾਕਸ ਲਾਈਨਾਂ, ਨਾਕਸ ਟਰਾਂਸਫਾਰਮਰ ਪਤਾ ਨਹੀਂ ਕਦੋਂ ਦੇ ਲੱਗੇ ਹੋਏ ਨੇ, ਬਿਜਲੀ ਦਾ ਲਾਸ ਹੋ ਰਿਹਾ। ਤੇ ਆਹ ਦਫ਼ਤਰਾਂ ਦੀ ਗਿਣਤੀ ਕਿੱਦਾਂ ਹੋਵੇਗੀ? ਇਹ ਹੁਣ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਹੈ ਜਿਸ ਵਿੱਚ ਸਭ ਤੋਂ ਵੱਡੀ ਗਾਜ ਜਿਹੜੀ ਹੈ ਉਹ ਥਾਣਿਆਂ ਤੇ ਡੇਰਿਆਂ ਤੇ ਕੁਝ ਬਾਬੇ ਜਿੱਥੇ ਬੈਠੇ ਹੋਏ ਨੇ ਉਹਨਾਂ ਤੇ ਡਿੱਗ ਰਹੀ ਹੈ। ਬਠਿੰਡਾ ਜ਼ਿਲ੍ਹੇ ਦੇ ਵਿੱਚ ਫੂਲ ਦੇ ਲਾਗੇ ਇੱਕ ਸਰਦੇ ਪੁੱਜਦੇ ਬਾਬੇ ਦੇ ਡੇਰੇ ਤੇ ਛਾਪਾ ਵੱਜਾ। ਪਤਾ ਨਹੀਂ ਕਿੰਨੇ ਕੁ ਏਸੀ ਤੇ ਪੱਖੇ ਤੇ ਗੀਜ਼ਰ ਉੱਥੇ ਲੱਗੇ ਹੋਏ ਸੀ। 2.5 ਕਿਲੋਵਾਟ ਦਾ ਲੋਡ ਹੈ ਤੇ ਉੱਥੇ 250 ਕਿਲੋਵਾਟ ਦਾ ਲੋਡ ਪਿਆ ਹੋਇਆ। ਤੇ ਹੋਰ ਤਾਂ ਹੋਰ ਇੱਕ ਹੋਰ ਡੇਰੇ ਦੇ ਵਿੱਚ ਇਸੇ ਤਰ੍ਹਾਂ ਜਦੋਂ ਛਾਪਾ ਮਾਰਿਆ ਗਿਆ ਤਾਂ ਵੱਖਰੀ ਲਾਈਨ ਹੀ ਬਾਬਿਆਂ ਨੇ ਆਪਣੀ ਖਿੱਚੀ ਹੋਈ ਹੈ। ਖੰਭੇ ਹੀ ਆਪਣੇ ਲਗਾਏ ਹੋਏ ਨੇ, ਟਰਾਂਸਫਾਰਮਰ ਵੀ ਆਪਣਾ, ਤੇ ਹਾਈ ਟੈਂਸ਼ਨ ਨੂੰ ਸਿੱਧੀਆਂ ਤਾਰਾਂ ਪਾਈਆਂ ਹੋਈਆਂ ਨੇ। 17 ਏਸੀ, 200 ਲਾਈਟਾਂ, 75 ਪੱਖੇ ਤੇ ਹੋਰ ਪਤਾ ਨਹੀਂ ਕੀ ਤੇ ਕਦੋਂ ਦੇ ਚੱਲ ਰਿਹਾ ਸੀ। ਸੁਰ ਸਿੰਘ ਦੇ ਨਜ਼ਦੀਕ ਇਸ ਤਰ੍ਹਾਂ ਦਾ ਛਾਪਾ ਪਿਆ, ਹੋਰ ਕਈ ਜਗ੍ਹਾ ਤੇ ਪੈ ਰਹੇ ਨੇ। ਤੇ ਅੱਜ ਸਾਡੇ ਪ੍ਰੋਗਰਾਮ ਰਿਕਾਰਡ ਕੀਤੇ ਜਾਣ ਦੇ ਵਕਤ ਵੀ ਇਹ ਚੋਰੀ ਦੇ ਉੱਪਰ ਛਾਪੇ ਪੈ ਰਹੇ ਨੇ। ਪਰ ਗੱਲ ਇਹ ਆ ਕਿ ਜਿਨ੍ਹਾਂ ਸਰਕਾਰਾਂ ਨੇ ਨਾਕਸ ਪ੍ਰਬੰਧ ਹੁਣ ਤੱਕ ਇਹ ਚਲਾਇਆ ਉਹ ਕੋਈ ਜ਼ਿੰਮੇਵਾਰੀ ਲੈਣਗੇ, ਦੋ ਅੱਖਰ ਬੋਲਣਗੇ ਵੀ। ਹੁਣ ਬੋਲੇਗਾ ਕੌਣ ਇਸ ਮੁੱਦੇ ਤੇ? ਕਈ ਜਗ੍ਹਾ ਤੇ ਬਾਬਿਆਂ ਨੇ ਵਿਰੋਧਤਾ ਵੀ ਕੀਤੀ ਹੈ। ਮੈਂ ਉਹੀ ਤੁਹਾਨੂੰ ਸਵਾਲ ਪੁੱਛਣ ਲੱਗੀ ਸੀ ਕਿ ਬਾਬੇ ਗੁੱਸੇ ਕਰਕੇ ਫਿਰ ਵੋਟਾਂ ਕਿੱਦਾਂ ਲੈਣੀਆਂ? ਮੈਂ ਸਮਝਦਾ ਫਿਰ ਉਹੀ ਗੱਲ ਪਿਛਲੇ ਹਿੱਸੇ ਵਾਲੀ। ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਇਸ ਚੀਜ਼ ਨੂੰ। ਇੱਕ ਵੱਡਾ ਬਾਬਾ ਜਿਹੜਾ ਜੇਲ੍ਹ 'ਚ ਬੈਠਾ ਉਹਨੇ ਵੀ ਜ਼ੋਰ ਲਾ ਕੇ ਵੇਖ ਲਿਆ ਕਿ ਵੋਟਾਂ ਫਲਾਣੇ ਨੂੰ ਪਾਇਓ, ਫਲਾਣੇ ਨੂੰ ਪਾਇਓ। ਵੋਟਾਂ ਲੋਕਾਂ ਨੇ ਆਪਣੀ ਮਰਜ਼ੀ ਨਾਲ ਪਾਉਣੀਆਂ ਨੇ, ਪਰ ਬਿੱਲ ਤਾਂ ਭਰਨਾ ਪਏਗਾ ਤੇ ਭਰਨਾ ਚਾਹੀਦਾ ਵੀ ਤੇ ਲੈਣਾ ਵੀ ਚਾਹੀਦਾ। ਚਾਹੇ ਮੇਰੀ ਗੱਲ ਨਾਲ ਕੋਈ ਨਾਰਾਜ਼ ਹੋਵੇ, ਪਰ ਬਿੱਲ ਦੇਣਾ ਪਏਗਾ। ਇੱਕ ਮੋਟੇ-ਮੋਟੇ ਅੰਕੜੇ, ਭਿੱਖੀਵਿੰਡ ਦੇ ਵਿੱਚ ਇੱਕ ਵੱਡਾ ਡੇਰਾ ਫੜਿਆ ਗਿਆ। ਮਹਿਕਮੇ ਨੇ ਆਪਣੇ ਮਹਿਕਮੇ ਦੇ ਦੱਸਣ ਮੁਤਾਬਕ 26-27 ਲੱਖ ਦਾ ਜੁਰਮਾਨਾ ਉਹਨਾਂ ਨੂੰ ਕੀਤਾ ਗਿਆ। ਤੇ ਜਿਹੜੇ ਅੰਕੜੇ ਨੇ ਉਹਨਾਂ ਮੁਤਾਬਕ ਜੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਬਿਜਲੀ ਚੋਰੀ ਦਾ ਰਿਕਾਰਡ ਕਿਤੇ ਵੇਖਣਾ ਹੋਵੇ ਤੇ ਮੇਰੇ ਕੋਲ ਇਹ ਕਾਗਜ਼ ਹੈ ਜਿਸ ਵਿੱਚ ਭਿੱਖੀਵਿੰਡ ਦਾ ਨਾਮ ਸਭ ਤੋਂ ਉੱਪਰ ਆਉਂਦਾ। ਸ਼ਹਿਰੀ ਖੇਤਰਾਂ ਦੇ ਵਿੱਚ 41% ਦੀ ਚੋਰੀ ਤੇ ਪੇਂਡੂ ਖੇਤਰਾਂ ਵਿੱਚ 80% ਦੀ ਚੋਰੀ ਭਿੱਖੀਵਿੰਡ ਦੇ ਲਾਸ। ਅੰਮ੍ਰਿਤਸਰ ਦੇ ਵਿੱਚ ਸ਼ਹਿਰੀ ਖੇਤਰਾਂ 'ਚ 15% ਦੀ ਚੋਰੀ ਤੇ ਪੇਂਡੂ ਵਿੱਚ 40। ਤਰਨਤਾਰਨ ਵਿੱਚ ਸ਼ਹਿਰਾਂ 'ਚ 13, ਪੇਂਡੂ ਵਿੱਚ 50। ਪੱਟੀ ਵਿੱਚ ਸ਼ਹਿਰੀ 47% ਦੀ ਤੇ ਪਿੰਡਾਂ ਵਿੱਚ 71% ਦੀ। ਜ਼ੀਰੇ ਦੇ ਵਿੱਚ 25% ਦੀ ਸ਼ਹਿਰੀ ਤੇ 60% ਦੀ ਪੇਂਡੂ। ਇਸ ਤਰ੍ਹਾਂ ਫਿਰੋਜ਼ਪੁਰ ਦੇ ਵਿੱਚ ਵੀ ਅੰਕੜੇ ਇਸੇ ਤਰ੍ਹਾਂ ਹੈਰਾਨੀਜਨਕ ਨੇ। ਸਾਰੇ ਪੰਜਾਬ ਦੇ ਵਿੱਚ ਇਹ ਹਾਲ ਹੈ। ਇੱਕ PSPCL ਦੇ ਇੱਕ ਰਿਟਾਇਰਡ ਵੱਡੇ ਅਫਸਰ ਨਾਲ ਮੇਰੀ ਕੁਝ ਦਿਨ ਪਹਿਲਾਂ ਗੱਲਬਾਤ ਹੋਈ ਹੈ ਜੀ। ਉਹਨਾਂ ਨੇ, ਮੈਂ ਹੁਣ ਕਿਸੇ ਇੱਕ ਜ਼ਿਲ੍ਹੇ ਦਾ ਦੂਸਰੇ ਨਾਲ ਵਖਰੇਵਾਂ ਨਹੀਂ ਕਰਾਂਗਾ, ਉਹਨਾਂ ਨੇ ਮੈਨੂੰ ਨਾਮ ਦੱਸੇ ਕਿ ਆਹ ਜ਼ਿਲ੍ਹੇ ਬਿੱਲ ਭਰਨ ਵਿੱਚ ਅੱਗੇ ਨੇ ਬਾਕੀਆਂ ਨਾਲੋਂ, ਬਾਕੀ ਬਿੱਲ ਦਿੰਦੇ ਹੀ ਨਹੀਂ ਸੱਜੇ ਕੀਤੇ। 4 ਜਾਂ 5 ਜ਼ਿਲ੍ਹੇ ਨੇ ਸਾਰੇ ਜਿਹੜੇ ਬਿੱਲ ਪ੍ਰੋਪਰਲੀ ਦਿੰਦੇ ਨੇ। 1200 ਕਰੋੜ ਦਾ ਹਰ ਸਾਲ ਘਾਟਾ ਇਹ ਕਿਹਦੇ ਸਿਰ ਪੈ ਰਿਹਾ ਸੀ? ਚਲੋ ਲੋਕ ਤਾਂ ਜ਼ਿੰਮੇਵਾਰ ਹੋਣਗੇ ਤੇ ਇਹ ਸਰਕਾਰੀ ਅਦਾਰੇ ਜਿਹੜੇ ਬਿੱਲ ਨਹੀਂ ਭਰ ਰਹੇ। ਬਿਲਕੁਲ। ਸਾਡੇ ਤਹਿਸੀਲਾਂ ਦੇ ਵਿੱਚ, ਬਲਾਕ ਦਫ਼ਤਰਾਂ ਦੇ ਵਿੱਚ, ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੇ। ਪਿੰਡਾਂ ਦੇ ਵਿੱਚ ਆਮ ਤੌਰ ਤੇ ਧਾਰਮਿਕ ਡੇਰੇ ਤੇ ਕਈ ਹੋਰ, ਮੈਂ ਧਾਰਮਿਕ ਡੇਰੇ ਕਹਿ ਰਿਹਾ, ਮੈਂ ਕਿਸੇ ਇੱਕ ਫਿਰਕੇ ਦਾ ਨਾਮ ਨਹੀਂ ਲੈ ਰਿਹਾ ਜੀ। ਧਾਰਮਿਕ ਡੇਰੇ ਤੇ ਧਾਰਮਿਕ ਸਥਾਨ ਜਿੱਥੇ ਬਿਜਲੀ ਚੋਰੀ ਹੁੰਦੀ ਹੈ।
ਮੈਂ ਸਮਝਦਾ ਕਿ ਪ੍ਰਚਾਰ ਪ੍ਰਸਾਰ ਜ਼ਰੂਰੀ ਹੈ। ਧਰਮ ਪ੍ਰਧਾਨ ਸਾਡਾ ਮੁਲਕ ਹੈ, ਪਰ ਕੁਝ ਗੱਲਾਂ ਦਾ ਤਾਂ ਸਾਨੂੰ ਖਿਆਲ ਰੱਖਣਾ ਪਏਗਾ ਨਾ। ਨਾਮ ਤੇ ਕਿਸਾਨਾਂ ਦਾ ਲੱਗ ਰਿਹਾ ਜੀ। ਹੁਣ ਇਸ ਮੁੱਦੇ ਤੇ ਕਹਿੰਦੇ ਨੇ ਕਿ ਪਿੰਡਾਂ ਦੇ ਵਿੱਚ ਜਦੋਂ ਬਿਜਲੀ ਚੋਰੀ ਹੁੰਦੀ ਹੈ ਤਾਂ ਫਿਰ ਉਹਨਾਂ ਨੂੰ ਬਚਾਉਂਦਾ ਕੌਣ ਹੈ? ਮੀਟਰ ਜਿਹੜੇ ਨੇ ਸਲੋ ਕੀਤੇ ਹੋਏ ਨੇ, ਮੀਟਰਾਂ ਨੂੰ ਆਲਟਰ ਕੀਤਾ ਹੋਇਆ ਹੈ ਜੀ। ਜਦੋਂ ਕੋਈ ਵਿਅਕਤੀ ਫੜਿਆ ਜਾਂਦਾ ਹੈ ਤਾਂ ਫਿਰ ਟੇਬਲ ਦੇ ਥੱਲਿਓਂ ਦੀ ਸਮਾਨ ਲੈ ਕੇ ਉਸ ਨੂੰ ਛੱਡ ਵੀ ਦਿੱਤਾ ਜਾਂਦਾ ਹੈ ਤੇ ਅਸਰ ਰਸੂਖ ਵਾਲੇ ਬੰਦੇ ਇਕੱਠੇ ਹੋ ਕੇ ਆ ਜਾਂਦੇ ਨੇ ਤੇ ਐਮਐਲਏ ਦਾ ਫੋਨ ਵੀ ਆ ਜਾਂਦਾ ਹੁੰਦਾ ਸੀ। ਹੁਣ ਨਹੀਂ, ਪਹਿਲਾਂ ਦੀ ਗੱਲ ਕਿ ਛੱਡ ਦਿਓ ਸਾਡੇ ਬੰਦੇ ਨੂੰ, ਮਾੜਾ ਮੋਟਾ ਕਰ ਦਿਓ ਇਸ ਨੂੰ ਤੇ ਜਾਣ ਦਿਓ, ਬਿੱਲ ਥੋੜ੍ਹਾ ਦੇਣਾ। ਇਸੇ ਤਰ੍ਹਾਂ ਇਸ ਤਰ੍ਹਾਂ ਜਿਹੜੇ ਬੰਦੇ ਫੜੇ ਜਾਂਦੇ ਸੀ ਉਹਨਾਂ ਨੂੰ ਛਡਾਉਣ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਸੀ ਤੇ ਕਈ ਜਗ੍ਹਾ ਤੇ ਕਈ ਕਿਸਾਨ ਜਥੇਬੰਦੀਆਂ ਵੀ ਇਸ ਗੱਲ ਵਿੱਚ ਸ਼ਾਮਲ ਵੇਖੀਆਂ ਗਈਆਂ ਕਿ ਨਜਾਇਜ਼ ਮੋਟਰਾਂ ਵਗੈਰਾ ਜੇ ਕਿਤੇ ਚੱਲ ਰਹੀਆਂ ਤਾਂ ਚੱਲਣ ਦਿਓ ਭਾਈ, ਇਹਨਾਂ ਨੂੰ ਨਾ ਫੜਿਆ ਜਾਵੇ। ਤੇ ਉਹਨਾਂ ਨੂੰ ਬਿਜਲੀ ਦੇ ਮੁਲਾਜ਼ਮਾਂ ਨੂੰ ਕੁੱਟਿਆ ਮਾਰਿਆ ਵੀ ਗਿਆ ਜੀ। ਕਈ ਜਗ੍ਹਾ ਕਿਸਾਨ ਜਾਂ ਹੋਰ ਲੋਕ ਵੀ ਸੱਚੇ ਹੁੰਦੇ ਨੇ, ਚਲੋ, ਪਰ ਇਹ ਸਿਸਟਮ ਰੋਕਣਾ ਪਏਗਾ। ਇਸ ਲਈ ਸਰਕਾਰ ਨੂੰ ਸਖਤੀ ਕਰਨੀ ਪਏਗੀ। ਇਸ ਵੇਲੇ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਪ੍ਰਾਂਤ ਜਿਹੜੇ ਨੇ ਉਹ ਸਖਤ ਗਰਮੀ ਤੇ ਸਖਤ ਔੜ ਦੀ ਮਾਰ ਹੇਠ ਨੇ। ਮਾਰਚ ਅਪ੍ਰੈਲ ਸਾਰਾ ਸੁੱਕਾ ਲੰਘ ਗਿਆ, ਮਈ ਅੱਧੀ ਸੁੱਕੀ ਲੰਘ ਗਈ ਆ, ਮਾੜਾ ਮੋਟਾ ਕਿਤੇ ਮੀਂਹ ਪਿਆ। ਰਿਕਾਰਡ ਤੋੜ ਤਾਪਮਾਨ ਹੈ। ਥਰਮਲ ਪਲਾਂਟ ਫੇਰ ਬੰਦ ਹੋਣ ਦੇ ਕਿਨਾਰੇ ਨੇ। ਇੱਕ ਥਰਮਲ ਪਲਾਂਟ ਦੇ ਵਿੱਚੋਂ ਸਵਾਹ ਨਹੀਂ ਚੁੱਕੀ ਗਈ ਤੇ ਉਹਦੇ ਅੱਗੇ ਕਹਿੰਦੇ ਰਸਤੇ ਸਾਰੇ ਬੰਦ ਹੋਏ ਪਏ ਨੇ ਤੇ ਉਹ ਉੱਥੇ ਜਿਹੜਾ ਉਹ ਬਿਜਲੀ ਦਾ ਉਤਪਾਦਨ ਆ ਜਿਹੜਾ ਫਿਰ ਬੰਦ ਹੋਣ ਵਾਲਾ। ਬਹੁਤ ਮਾੜੇ ਹਾਲਤ ਨੇ। ਜੇ ਇਸ ਪੰਜਾਬ ਨੂੰ ਹੱਸਦਾ ਵਸਦਾ ਵੇਖਣਾ ਚਾਹੁੰਦੇ ਹਾਂ ਅਸੀਂ ਤੇ ਸਾਰੇ ਜਣੇ ਯੋਗਦਾਨ ਪਾਈਏ, ਬਿੱਲ ਦਈਏ, ਸਰਕਾਰ ਤੇ ਇਹ ਦਬਾਅ ਪਾਈਏ। ਜਿਹੜਾ ਸਰਕਾਰ ਨੇ ਨੰਬਰ ਜਾਰੀ ਕੀਤਾ ਨਾ 9646675770 ਜੀ, ਇਹਦੇ ਤੇ ਜਾਣਕਾਰੀ ਦਿਓ। ਕੁਛ ਨਹੀਂ ਹੋਣ ਲੱਗਾ। ਜੇ ਸਾਰੇ ਬਿੱਲ ਦੇਵਾਂਗੇ ਤੇ ਸਾਨੂੰ ਮਹਿੰਗੀ ਨਹੀਂ ਮਿਲੇਗੀ। ਇਹ ਗੱਲ ਸਮਝਣ ਵਾਲੀ ਆ। ਇਸੇ ਤਰ੍ਹਾਂ ਟੋਲ ਪਲਾਜ਼ਿਆਂ ਤੇ ਵੀ ਹੁਣ ਕੰਮ ਹੋ ਰਿਹਾ ਜੀ। ਉਹ ਟੋਲ ਪਲਾਜ਼ਿਆਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਖੱਬੀ ਖਾਨ ਬਣ ਗਏ ਨੇ ਜਿਹੜੇ ਆਪਣੇ ਕਾਰਡ ਜਿਹੜੇ ਲੋਕਾਂ ਨੂੰ ਦਿੱਤੇ ਹੋਏ ਨੇ ਕਿ ਤੁਸੀਂ ਵਿਖਾ ਕੇ ਲੰਘ ਜਾਓ ਤੇ ਫਿਰ ਆਮ ਲੋਕ ਜਿਹੜੇ ਨੇ ਫਸੇ ਫਿਰਦੇ ਨੇ। ਕੋਈ 100 ਦਾ 150 ਦੇ ਕੇ ਆਉਂਦਾ, ਕੋਈ 150 ਦਾ 200 ਦੇ ਕੇ ਆਉਂਦਾ। ਉਹਨਾਂ ਦੀ ਜੇਬ ਨੂੰ ਤਾਂ ਚੂਨਾ ਲੱਗ ਰਿਹਾ। ਜੇ ਸਾਰੇ ਦੇਣਗੇ ਫਿਰ ਹਿੱਸਾ ਨਹੀਂ ਘਟੇਗਾ। ਬਿਲਕੁਲ, ਇਸ ਗੱਲ ਸਾਨੂੰ ਸਮਝਣ ਦੀ ਲੋੜ ਹੈ। ਪਰ ਬਿਜਲੀ ਚੋਰੀ ਪ੍ਰਤੀ ਸੁਹਿਰਦ ਹੋਣਾ ਪਏਗਾ। ਕੋਈ ਲੋੜ ਨਹੀਂ ਸਾਨੂੰ ਚੋਰੀ ਕਰਨ ਦੀ। ਅਸੀਂ ਚੋਰ ਨਹੀਂ ਪੰਜਾਬੀ ਜੀ। ਸਾਨੂੰ ਸਾਡੇ ਤੇ ਟੈਗ ਲੱਗ ਜਾਵੇ ਤੇ ਨੈਸ਼ਨਲ ਮੀਡੀਆ ਦੇ ਪਿਛਲੇ ਸਾਲ ਅਖਬਾਰ ਦੀ ਇੱਕ ਰਿਪੋਰਟ ਛਪੀ ਸੀ ਜਿਸ ਵਿੱਚੋਂ 1200 ਕਰੋੜ ਦਾ ਅੰਕੜਾ ਆਇਆ। ਅਸੀਂ ਇਸ ਤਰ੍ਹਾਂ ਦੀ ਰਿਪੋਰਟ ਨਹੀਂ ਦੇਖਣੀ ਚਾਹੁੰਦੇ। ਅਸੀਂ ਚੋਰ ਨਹੀਂ ਹੈਗੇ ਜੀ। ਬਿਲਕੁਲ। ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨਸ ਨਹੀਂ ਸੀ ਹੋਈਆਂ ਤੇ ਕੇਜਰੀਵਾਲ ਜਦੋਂ ਤੁਰੇ ਰਹਿੰਦੇ ਸੀ ਪੰਜਾਬ 'ਚ ਤੇ ਇੱਕ ਗੱਲ ਹਰ ਵਾਰੀ ਕਹਿ ਕੇ ਜਾਂਦੇ ਸੀ ਕਿ ਵੀਆਈਪੀ ਜਿਹੜਾ ਕਲਚਰ ਹੈ ਉਹ ਮੈਂ ਪੰਜਾਬ 'ਚੋਂ ਖਤਮ ਕਰ ਦੇਣਾ, ਔਰ ਜੋ ਉਹਨਾਂ ਨੇ ਕਿਹਾ ਉਹ ਕਰ ਵੀ ਰਹੇ ਨੇ। ਵੀਆਈਪੀ ਕਲਚਰ ਨੂੰ ਪੰਜਾਬ ਦੇ ਵਿੱਚ ਕਾਫੀ ਹੱਦ ਤੱਕ ਉਹਨਾਂ ਨੇ ਨੱਥ ਵੀ ਪਾਈ ਹੈ। ਜੇ ਅੱਜ ਦੀ ਗੱਲ ਕਰੀਏ ਤੇ ਭਗਵੰਤ ਮਾਨ ਨੇ ਕਿਹਾ ਕਿ ਜਿਹੜਾ ਜੇਲ੍ਹਾਂ ਦੇ ਵਿੱਚ ਵੀਆਈਪੀ ਕਲਚਰ ਹੈ ਉਹਨੂੰ ਵੀ ਮੈਂ ਖਤਮ ਕਰ ਦੇਣਾ। ਕੁਲਦੀਪ ਜੀ, ਪੰਜਾਬ 'ਚ ਜੇਲ੍ਹਾਂ ਨੇ ਕਿ ਗੈਸਟ ਹਾਊਸ ਨੇ? ਦੇਖੋ, ਪਹਿਲੀ ਤਾਂ ਗੱਲ ਆਪਣੇ ਆਪ ਦੇ ਵਿੱਚ ਇਹ ਸੋਚ ਕੇ ਹੋਰ ਤਰ੍ਹਾਂ ਲੱਗਦੀ ਵੀ ਜੇਲ੍ਹ ਦੇ ਵਿੱਚ ਵੀ ਕੋਈ ਵੀਆਈਪੀ ਹੁੰਦਾ। ਹਾਂ, ਇੰਨੀ ਕੁ ਗੱਲ ਮੈਨੂੰ ਪਤਾ ਹੈ ਕਿ ਜਿਹੜੇ ਰਾਜਨੀਤਿਕ ਤੌਰ ਤੇ ਗ੍ਰਿਫਤਾਰ ਕੀਤੇ ਹੋਏ ਲੋਕ, ਕੋਈ ਪੋਲੀਟੀਕਲ ਐਜੀਟੇਸ਼ਨ ਹੈ, ਕੋਈ ਇਹੋ ਜਿਹੀ ਗੱਲਬਾਤ ਹੈ ਜਿਵੇਂ ਕੋਈ ਕਿਸੇ ਬੁੱਧੀਜੀਵੀ ਵਰਗ ਨੇ ਕੋਈ ਉਹਨਾਂ ਨੇ ਮਾਸਸ ਵਿੱਚ ਗ੍ਰਿਫਤਾਰੀ ਹੋਈ ਹੋਵੇ ਤੇ ਉਹਨਾਂ ਦੇ ਵਿੱਚ ਜਿਹੜੇ ਗ੍ਰੈਜੂਏਟ ਹੁੰਦੇ ਨੇ, ਜਦੋਂ ਉਹਨਾਂ ਨੂੰ ਇਸ ਤਰ੍ਹਾਂ ਦੀ ਰਾਜਨੀਤਿਕ ਗ੍ਰਿਫਤਾਰੀ ਹੁੰਦੀ ਹੈ, ਕੋਈ ਵੈਸੇ ਹੀ ਉਹਨਾਂ ਨੂੰ ਪ੍ਰੀਕਾਸ਼ਨ ਦੇ ਤੌਰ ਤੇ ਅਰੈਸਟ ਕੀਤਾ ਜਾਂਦਾ ਸੀ, ਵਰਕਰਾਂ ਨੂੰ, ਮੁਜ਼ਾਹਰਾਕਾਰੀਆਂ ਨੂੰ ਪਿਛਲੇ ਸਮੇਂ 'ਚ। ਹੁਣ ਘਟ ਗਿਆ ਕੰਮ। ਉਹ ਇੱਧਰੋਂ ਫੜਦੇ ਨੇ, ਉੱਧਰ ਜਾ ਕੇ ਛੱਡ ਦਿੰਦੇ ਨੇ। ਅੱਗੇ ਉਹਨੂੰ ਰੱਖਦੇ ਸੀ 2-2 4-4 ਦਿਨ ਰੱਖ ਲੈਂਦੇ ਸੀ ਤੇ ਉਹ ਸਰਟੀਫਿਕੇਟ ਦੀ ਕਾਪੀ ਆਪਣੀ ਗ੍ਰੈਜੂਏਸ਼ਨ ਦੀ ਕੋਲ ਰੱਖਦੇ ਸੀ ਕਿ ਜੇਲ੍ਹ ਦੇ ਵਿੱਚ ਉਹਨਾਂ ਨੂੰ ਥੋੜ੍ਹਾ ਬਹੁਤਾ ਵੱਖਰਾ ਟ੍ਰੀਟਮੈਂਟ ਮਿਲ ਜਾਂਦਾ ਹੈ। ਤੇ ਖੈਰ ਉਹ ਪੋਲੀਟੀਕਲ ਪ੍ਰਿਜ਼ਨਰ ਹੁੰਦੇ ਸੀ। ਪਰ ਇਹ ਜਿਹੜਾ ਵੀਆਈਪੀ ਕਲਚਰ ਹੈ ਇਹ ਕਿੱਦਾਂ ਪੈਦਾ ਹੋ ਗਿਆ? ਇੱਕ ਤੇ ਮੈਂ ਦੱਸ ਦੇਵਾਂ, ਇਹ ਗੱਲ ਸਮਝਣ ਵਾਲੀ ਆ। ਜਦੋਂ ਅਸੀਂ ਵੀ ਕਈ ਪ੍ਰੋਗਰਾਮ 'ਚ ਗੱਲ ਕਰਦੇ ਹਾਂ ਕਈ ਵਾਰਾਂ ਕਿ ਨਸ਼ਿਆਂ ਦਾ, ਜਦੋਂ ਅਸੀਂ ਨਸ਼ਿਆਂ ਦੀ ਕਹਿੰਦੇ ਪੰਜਾਬ 'ਚ ਨਸ਼ਾ ਬਹੁਤ ਵੱਧ ਗਿਆ, ਉਹ ਕਹਿੰਦੇ ਭਾਈ ਸਾਰੀ ਦੁਨੀਆ 'ਚ ਹੈ। ਪਰ ਇੱਕ ਠੀਕ ਹੈ, ਇੱਕ ਮੈਂ ਕੋਈ ਉਦਾਹਰਨ ਦਿੰਦਾ ਤੁਹਾਨੂੰ। ਆਮ ਤੌਰ ਤੇ ਅਸੀਂ ਕਹਿ ਦਿੰਦੇ ਹਾਂ ਕਿ ਨਕਲ ਜਿਹੜੀ ਹੈ, ਕਾਪੀਇੰਗ ਆ, ਜਿਹਨੂੰ ਪਾਕਿਸਤਾਨ ਵਾਲੇ ਬੂਟੀ ਕਹਿ ਦਿੰਦੇ ਨੇ, ਉਹ ਜਿਹੜੀ ਨਕਲ ਹੁੰਦੀ ਹੈ ਆਰਗੇਨਾਈਜ਼ਡ ਨਕਲ ਹੁੰਦੀ ਹੈ 10ਵੀਂ ਦੇ 12ਵੀਂ ਦੇ ਹੋਰ ਇਮਤਿਹਾਨਾਂ ਦੇ ਵਿੱਚ, ਕਿ ਭਾਵ ਸਾਹਮਣੇ ਰੱਖ ਕੇ ਪਰਚੀ ਤੇ ਸਾਰੇ ਜਣੇ ਲਿਖ ਰਹੇ ਨੇ ਤੇ ਬੋਰਡ ਦੇ ਪੇਪਰ ਬੋਰਡ ਤੇ ਹੁੰਦੇ ਨੇ ਤੇ ਬਾਹਰ ਖਿੜਕੀਆਂ ਨਾਲ ਚੁੰਬੜੇ ਹੋਏ ਲੋਕ, ਫੋਟੋਆਂ ਤੁਸੀਂ ਵੇਖੀਆਂ ਹੋਣਗੀਆਂ। ਸ਼ਰੇਆਮ ਜਿਹੜਾ ਸੀ ਉਹ ਸਿਸਟਮ ਚੱਲਦਾ ਹੈ, ਅਜੇ ਵੀ ਚੱਲਦਾ, ਬਹੁਤ ਜਗ੍ਹਾ ਤੇ ਚੱਲਦਾ, ਕਾਫੀ ਘਟਿਆ ਕੁਛ ਪਰ ਅਜੇ ਵੀ ਬਹੁਤ ਬੁਰੀ ਅਲਾਮਤ ਸਾਨੂੰ ਚੁੰਬੜੀ ਹੋਈ ਨਕਲ ਦੀ ਮੈਂ ਗੱਲ ਕਰ ਰਿਹਾ। ਪਰ ਉਹ ਹੈ ਆਰਗੇਨਾਈਜ਼ਡ ਨਕਲ। ਇੱਕ ਹੈ ਤੁਸੀਂ ਮੇਰੇ ਲਾਗੇ ਇਮਤਿਹਾਨ ਦੇ ਰਹੇ ਹੋ ਤੇ ਮੈਂ ਤੁਹਾਨੂੰ ਕੁਝ ਪੁੱਛ ਲਵਾਂ, ਕਿਆ ਮੈਨੂੰ ਆ ਫਲਾਣੇ ਸਵਾਲ ਦਾ ਯੈਸ ਔਰ ਨੋ ਜਵਾਬ ਦਿਓ, ਤੁਸੀਂ ਮੈਨੂੰ ਦੱਸ ਦਿਓ, ਗਲਤ ਦੱਸ ਦਿਓ, ਸਹੀ ਦੱਸ ਦਿਓ। ਉਹ ਆਰਗੇਨਾਈਜ਼ਡ ਨਕਲ ਨਹੀਂ ਹੈ। ਉਹ ਤੇ ਮਾੜਾ ਮੋਟਾ ਇਹ ਕਹਿ ਲਓ ਕਿ ਜਿਵੇਂ ਇੱਕ ਦੂਸਰੇ ਤੋਂ ਕੋਈ ਹਿੰਟ ਜਿਹਾ ਲੈ ਲੈਂਦਾ। ਕਈ ਵਾਰੀ
ਕਿ ਤੁਹਾਨੂੰ ਐਗਜ਼ਾਮ ਦੇਣ ਦੇ ਵੇਲੇ ਮੈਨੂੰ ਯਾਦ ਹੈ ਅਸੀਂ ਆਪਣੇ ਅਧਿਆਪਕ ਤੋਂ ਟੀਚਰ ਤੋਂ ਪੁੱਛ ਲੈਂਦੇ ਸੀ ਕਿ ਆ ਮੈਨੂੰ ਸਮਝ ਨਹੀਂ ਆਇਆ, ਮਾੜਾ ਜਿਹਾ ਇਸ਼ਾਰਾ ਕਰ ਦਿਓ ਮੈਨੂੰ, ਉਹ ਦੱਸ ਵੀ ਦਿੰਦੇ ਸੀ। ਬਿਲਕੁਲ ਠੀਕ ਹੈ ਨਾ। ਇੰਨੀ ਅਸਿਸਟੈਂਸ ਜਿਹੜੀ ਆ ਉਹ ਇੱਕ ਹੋਰ ਚੀਜ਼ ਹੈ। ਇਹ ਜਿਹੜਾ ਸਿਸਟਮ ਹੈ ਇਹ ਚੋਰੀ ਛੁਪੇ, ਜਿਵੇਂ ਮੈਂ ਕਿਹਾ ਕਿ ਨਸ਼ਿਆਂ ਦੀ ਗੱਲ ਮੈਂ ਸ਼ੁਰੂ ਕੀਤੀ ਸੀ ਕਿ ਪੂਰੀ ਦੁਨੀਆ ਚੱਲਦੇ ਨੇ ਪਰ ਆਰਗੇਨਾਈਜ਼ਡ ਵੇ ਨਾਲ, ਜਿਸ ਤਰ੍ਹਾਂ ਪੰਜਾਬ 'ਚ ਚੱਲੇ ਨੇ, ਇਦਾਂ ਬਹੁਤ ਘੱਟ ਜਗ੍ਹਾ ਚੱਲੇ ਨੇ ਜੀ। ਇਸੇ ਤਰ੍ਹਾਂ ਇਹ VIP ਕਲਚਰ ਹੈ ਜੇਲ੍ਹਾਂ ਦਾ। ਬਾਹਰਲੇ ਦੇਸ਼ਾਂ ਵਿੱਚ ਵੀ ਜੇਲ੍ਹਾਂ ਦੇ ਕਈ ਜਗ੍ਹਾ ਤੇ ਇਹੋ ਹੀ ਹਾਲ ਨੇ, ਜੇਲ੍ਹ ਹੀ ਹੁੰਦੀ ਹੈ ਜੀ। ਬਿਲਕੁਲ ਕ੍ਰਿਮੀਨਲ ਤੇ ਅਪਰਾਧੀ ਜਾਣੇ ਨੇ ਭਾਈ ਉੱਥੇ, ਤੇ ਉੱਥੇ ਫਿਰ ਕਿਹੋ ਜਿਹਾ ਮਾਹੌਲ ਹੋਵੇਗਾ ਉਹ ਸਾਰਿਆਂ ਨੂੰ ਪਤਾ ਹੈ। ਪਰ ਇੱਥੇ ਆਰਗੇਨਾਈਜ਼ਡ ਵੇ ਨਾਲ ਜੇ ਕੁਝ ਚੱਲ ਰਿਹਾ ਹੈ, ਸਰਕਾਰ ਦੇ ਦੱਸਣ ਮੁਤਾਬਕ 700 ਮੋਬਾਈਲ ਫੋਨ ਫੜੇ ਗਏ ਨੇ, ਤੇ ਉਹ ਅੰਦਰੋਂ ਨੈਟਵਰਕ ਚੱਲਦਾ ਹੈ, ਉਹ ਅੰਦਰੋਂ ਮੈਸੇਜ ਪਾ ਰਹੇ ਨੇ, ਉਹ ਫੇਸਬੁੱਕ ਤੇ ਪੋਸਟਾਂ ਪੈ ਰਹੀਆਂ ਨੇ। ਹੁਣ ਕਿ ਪਿੱਛੇ ਜਿਹਾ ਸਰਕਾਰਾਂ ਕਹਿੰਦੀ ਸੀ ਜੈਮਰ ਲਾ ਦੇਣੇ, ਆਹ ਕਰਨਾ, ਇਹ ਕਈ ਵਾਰੀ ਮੁਹਿੰਮ ਚਲਾ ਕੇ 2-4 ਫੋਨ ਫੜ ਲੈ ਜਾਂਦੇ ਨੇ, ਫਿਰ 5-7 ਦਿਨਾਂ ਬਾਅਦ ਉਹੀ ਹਾਲ ਹੁੰਦਾ। ਜਿਹੜੇ ਕੈਦੀ ਨੂੰ ਜੇਲ੍ਹ ਦੇ ਵਿੱਚ ਮੋਬਾਈਲ ਚਲਾਉਣ ਦੀ ਉਹਨੂੰ ਫੈਸਿਲਿਟੀ ਲੈਣਾ ਚਾਹੁੰਦਾ ਹੋਵੇ, ਉਹਨੂੰ ਹਜ਼ਾਰਾਂ ਰੁਪਏ ਖਰਚਣੇ ਪੈਂਦੇ ਨੇ, ਉਹ ਕਿਉਂਕਿ ਉਹਨੂੰ ਕਿਸੇ ਨਾ ਕਿਸੇ ਤਰੀਕੇ ਅਰੇਂਜ ਕੀਤੇ ਜਾਂਦੇ ਨੇ। ਤੇ ਅਰੇਂਜ ਕਿਨ ਕਰਾਉਣਾ, ਜਿਸ ਵਿੱਚ ਜੇਲ੍ਹ ਦੇ ਮੁਲਾਜ਼ਮ ਵੀ ਨੇ ਤੇ ਹੋਰ ਲੋਕ ਨੇ। ਤੇ ਅਜੇ ਕੱਲ੍ਹ ਦੀਆਂ ਤਾਂ ਗੱਲਾਂ ਹੈ ਕਿ ਸਾਡੇ ਇੱਕ ਮਾਡਰਨ ਜੇਲ੍ਹ ਦੇ ਜੇਲ੍ਹ ਸੁਪਰਡੈਂਟ ਮੁਅੱਤਲ ਹੋਏ ਨੇ, ਨਿੰਬੂ ਬੜੇ ਖਰੀਦ ਲਿਆ ਜਨਾਬ ਹੋਰਾਂ ਨੇ ਅਪ੍ਰੈਲ ਮਹੀਨੇ ਦੇ ਵਿੱਚ। ਹਾਂਜੀ ਬਿਲਕੁਲ, ਸਿਸਟਮ ਤਾਂ ਇਹ ਹੈ। ਸੋ ਇਹ VIP ਕਲਚਰ ਨਹੀਂ ਹੋਣਾ ਚਾਹੀਦਾ। VIP ਦਾ ਮਤਲਬ ਕੋਈ ਨਹੀਂ ਹੈ, ਕਿਤੇ VIP ਕਲਚਰ ਦੀ ਲੋੜ ਨਹੀਂ ਹੈ। ਸਾਨੂੰ ਸਾਡੇ ਕੋਲ ਸਾਰੇ ਬਰਾਬਰ ਹੋਣੇ ਚਾਹੀਦੇ ਨੇ ਇੱਥੇ, ਤੇ ਜੇਲ੍ਹਾਂ ਦੇ ਵਿੱਚ ਤਾਂ ਬਿਲਕੁਲ ਨਹੀਂ। ਸਰਕਾਰ ਕੋਈ ਕਰ ਰਹੀ ਤੇ ਚੰਗਾ ਕਰ ਰਹੀ ਜੀ। ਬਿਲਕੁਲ, ਗੱਲਬਾਤ ਦਾ ਦੌਰ ਅਸੀਂ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਇੱਕ ਛੋਟੇ ਜਿਹੇ ਵਕਫੇ ਦਾ ਆ। ਬਹੁਤ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਕਰਦੇ ਹਾਂ ਕਣਕ ਦੀ। ਜੇ ਪੰਜਾਬ ਦੀ ਗੱਲ ਕਰੀਏ ਤੇ ਗਰਮੀ ਛੇਤੀ ਆ ਗਈ, ਕਣਕ ਦਾ ਝਾੜ ਘਟ ਗਿਆ, ਤੇ ਇੱਕ ਰਿਪੋਰਟ ਕਹਿੰਦੀ ਹੈ ਕਿ 7500 ਕਰੋੜ ਦਾ ਜਿਹੜਾ ਆ ਉਹ ਨੁਕਸਾਨ ਝੱਲਣਾ ਪਿਆ। ਪਰ ਹੁਣ ਭਾਰਤ ਸਰਕਾਰ ਨੇ ਕਣਕ ਦੀ ਬਰਾਮਦ ਤੇ ਰੋਕ ਲਾਤੀ ਹੈ। ਇਹਦਾ ਨੁਕਸਾਨ ਕਿਹਨੂੰ ਝੱਲਣਾ ਪਊਗਾ? ਇਹਦਾ ਨੁਕਸਾਨ ਕਿਸਾਨ ਨੂੰ ਤੇ ਛੋਟਾ ਵਪਾਰੀ, ਜਿਹਨੇ ਉਮੀਦ ਲਾਈ ਹੋਈ ਸੀ ਕਿ ਸਾਨੂੰ ਕੋਈ ਫਾਇਦਾ ਹੋਵੇਗਾ। ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ ਬਾਅਦ ਪੰਜਾਬ ਦਾ ਨੰਬਰ ਆਉਂਦਾ ਕਣਕ ਪ੍ਰੋਡਿਊਸ ਕਰਨ ਵਿੱਚ। ਉਹਨਾਂ ਦਾ ਇਸ ਕਰਕੇ ਝਾੜ ਪੰਜਾਬ ਦਾ ਉਹਨਾਂ ਨਾਲੋਂ ਜ਼ਿਆਦਾ ਹੈ ਜੀ, ਪਰ ਰਕਬਾ ਛੋਟਾ ਹੈ। ਬ੍ਰੈਡ ਬਾਸਕਟ ਆਖਿਆ ਜਾਂਦਾ ਪੰਜਾਬ ਨੂੰ ਭਾਰਤ ਦੀ। ਅੱਜ ਤੋਂ ਨਹੀਂ, ਬੜੇ ਲੰਬੇ ਸਮੇਂ ਤੋਂ ਢਿੱਡ ਭਰਿਆ ਜੀ। ਦੱਸਿਆ ਜਾਂਦਾ ਕਿ ਇੱਕ ਵਾਰ ਨਹਿਰੂ ਸਰਕਾਰ ਦੇ ਵੇਲੇ ਜਦੋਂ ਮੀਟਿੰਗ ਹੋਈ ਕੇਂਦਰ ਦੀ ਕਿ ਕਣਕ ਦਾ ਭਾਅ ਕੀ ਰੱਖਣਾ, ਤੇ ਉਹਨਾਂ ਨੂੰ ਪੁੱਛਣ ਲੱਗ ਪਿਆ ਹੋਰ ਸੂਬਿਆਂ ਵਾਲਿਆਂ ਨੂੰ ਕਣਕ ਦਾ ਰੇਟ ਕੀ ਹੋਣਾ ਚਾਹੀਦਾ ਸਰਕਾਰੀ। ਤੇ ਪੰਜਾਬ ਵਾਲੇ ਪ੍ਰਤਾਪ ਸਿੰਘ ਕਾਰੋਂ ਉੱਠ ਕੇ ਖਲੋ ਗਏ, ਕਹਿੰਦੇ ਕਿ ਇਹ ਤਾਂ ਜਿਹਨੇ ਪੈਦਾ ਕੀਤੀ ਉਹਨੂੰ ਪੁੱਛੋ, ਮੰਗਤਿਆਂ ਨੂੰ ਕੀ ਪੁੱਛਦੇ ਹੋ? ਪੰਜਾਬ ਨੂੰ ਕਦੇ ਪੁੱਛਿਆ ਨਹੀਂ ਗਿਆ, ਤੇ ਦੂਸਰਿਆਂ ਨੂੰ ਵੀ ਕਿੱਥੇ ਪੁੱਛਦੇ? ਤੁਹਾਨੂੰ ਪਤਾ ਹੈ ਕਿ ਮੰਡੀਆਂ ਤੇ ਪੰਜਾਬ ਤੇ ਹਰਿਆਣੇ ਵਿੱਚ ਰਹਿ ਗਈਆਂ, ਹੋਰ ਮੰਡੀਆਂ ਰਹੀਆਂ ਕਿੱਥੇ ਨੇ ਸਰਕਾਰੀ? ਫੂਡ ਕਾਰਪੋਰੇਸ਼ਨ ਆਫ ਇੰਡੀਆ ਤੇ ਭਾਰਤ ਸਰਕਾਰ ਦੀਆਂ ਯੂਨੀਵਰਸਿਟੀਆਂ ਖੇਤੀਬਾੜੀ ਵਾਲੀਆਂ, ਇਹਨਾਂ ਦੀਆਂ ਏਜੰਸੀਆਂ, ਇਹਨਾਂ ਦੇ ਖੇਤੀਬਾੜੀ ਮੰਤਰੀ, ਇਹਨਾਂ ਦੇ ਵਿਗਿਆਨਕ ਖੋਜੀ, ਸਾਰਿਆਂ ਦਾ ਪਿਛਲੇ 15-20 ਸਾਲ ਜ਼ੋਰ ਲਗਾ ਰਿਹਾ ਉਹ ਭਾਈ ਰਵਾਇਤੀ ਖੇਤੀ ਛੱਡ ਕੇ ਤੁਸੀਂ ਆਹ ਅਪਣਾਓ, ਫਸਲੀ ਚੱਕਰ ਬਣਾਓ, ਦਾਲਾਂ ਬੀਜੋ, ਉਹ ਬੀਜੋ। ਤੁਸੀਂ ਉਸ ਸਿਸਟਮ ਲਈ ਕੋਈ ਕੰਮ ਕੀਤਾ ਨਾ। ਜਿਹੜਾ ਬਣਿਆ ਬਣਾਇਆ ਸਿਸਟਮ ਸੀ ਕਣਕ ਵਾਲਾ, ਉਹ ਵੀ ਤਹਿਸ ਨਹਿਸ ਕਰ ਲਿਆ। ਕਣਕ ਦੀ ਲੋੜ ਪਈ ਪੂਰੀ ਦੁਨੀਆ ਨੂੰ ਰੂਸ ਯੂਕਰੇਨ ਯੁੱਧ ਦੇ ਨਾਲ, ਤੇ ਉਸ ਤੋਂ ਪਹਿਲਾਂ ਵੀ ਅਫਗਾਨਿਸਤਾਨ ਨੂੰ ਲੋੜ ਪਈ, ਤੇ ਭਾਰਤ ਵਾਲਿਆਂ ਨੇ ਅਫਗਾਨਿਸਤਾਨ ਨੂੰ ਟਰੱਕਾਂ ਦੇ ਟਰੱਕ ਭਰ ਕੇ ਭੇਜ ਦਿੱਤੇ। ਸ਼੍ਰੀਲੰਕਾ ਨੂੰ ਵੀ ਤੇ ਵਰਲਡ ਮਾਰਕੀਟ ਨੂੰ ਵੀ ਜਿਹੜਾ ਸੀ ਕਣਕ ਉਹ ਗਈ ਹੈ, ਤੇ ਕਣਕ ਦਾ ਰੇਟ ਤਿੱਖਾ ਸੀ। ਸਰਕਾਰ ਵੱਲ ਲੋਕਾਂ ਦਾ ਧਿਆਨ ਨਹੀਂ ਗਿਆ। ਸਰਕਾਰ ਦੀ ਚਲਾਕੀ ਵੇਖੋ। ਲੋਕਾਂ ਨੂੰ ਸੀ, ਕਿਸਾਨਾਂ ਨੂੰ, ਕਿ ਚਲੋ ਰੱਖ ਵੀ ਲੈਂਦੇ ਆ, ਜਾਂ ਵਪਾਰੀ ਨੂੰ ਸੀ ਵੀ ਰੱਖ ਲੈਂਦੇ ਕਿਸਾਨਾਂ ਤੋਂ ਲੈ ਕੇ 2015 ਰੁਪਏ ਸਰਕਾਰੀ ਰੇਟ ਹੈ। ਕਿਸੇ ਸਰਕਾਰ ਨੇ ਬੋਨਸ ਦੇਣ ਦੀ ਜ਼ਰੂਰਤ ਨਹੀਂ ਕੀਤੀ। ਉਹ ਸਾਰਿਆਂ ਨੇ ਇਹ ਸੋਚ ਲਿਆ ਕਿ ਵਰਲਡ ਮਾਰਕੀਟ ਦੇ ਵਿੱਚ ਕਣਕ ਦਾ ਰੇਟ ਜ਼ਿਆਦਾ ਹੈ ਤੇ ਸਾਨੂੰ ਵੱਧ ਮਿਲ ਜਾਣੇ ਨੇ, ਤੇ ਸਰਕਾਰ ਨਹੀਂ ਵੀ ਦਿੰਦੀ ਤੇ ਚਲੋ ਕੋਈ ਗੱਲ ਨਹੀਂ, ਥੋੜੇ ਬਹੁਤੇ ਕਿਸਾਨ ਅਟਕਾ ਲੈਣਗੇ, ਆਪਣਾ ਘਾਟਾ ਵਗੈਰਾ ਤਾਂ ਪੂਰਾ ਕਰ ਲੈਣਗੇ ਜਿਹੜਾ ਝਾੜ ਦਾ ਪਿਆ ਹੈ ਜੀ। ਬਿਲਕੁਲ। ਪਰ ਹੋਇਆ ਕੀ ਹੈ, ਉਹ 2015 ਰਹਿ ਗਿਆ ਉਧਰੋਂ, ਤੇ ਇਧਰੋਂ ਜਿਹੜੇ ਰੇਟ ਵਧਣ ਦੀ ਉਮੀਦ ਸੀ 100 ਜਾਂ 200 ਜਾਂ 300 ਪੈਣਾ ਸੀ, ਉਹ ਠੁੱਸ ਹੋ ਗਿਆ ਕੰਮ। ਸਰਕਾਰ ਨੇ ਰਾਤੋਂ ਰਾਤ ਕਹਿ ਦਿੱਤਾ। 13 ਮਈ ਦਾ ਨੋਟੀਫਿਕੇਸ਼ਨ ਹੈ ਕਿ ਇਸ ਨੋਟੀਫਿਕੇਸ਼ਨ ਤੋਂ ਬਾਅਦ ਜਿਹੜੀਆਂ ਰਿਕੁਐਸਟ ਆਉਣਗੀਆਂ ਕਣਕ ਬਾਹਰ ਭੇਜਣ ਲਈ, ਉਹ ਨਹੀਂ ਮੰਨੀਆਂ ਜਾਣਗੀਆਂ। ਇਸ ਤੋਂ ਪਹਿਲੀਆਂ ਜਿਹੜੀਆਂ ਐਪਲੀਕੇਸ਼ਨਾਂ ਨੇ ਉਹ ਪੂਰੀਆਂ ਕਰ ਲਓ। ਹੁਣ ਕਣਕ ਦੇ ਬਾਹਰ ਜਾਣ ਤੇ ਪਾਬੰਦੀ ਲੱਗ ਗਈ ਹੈ। ਇਸੇ ਤਰ੍ਹਾਂ ਕਈ ਹੋਰ ਫਸਲਾਂ ਤੇ ਵੀ ਕੀਤਾ ਗਿਆ ਪਿਛਲੇ ਸਮੇਂ 'ਚ। ਦੂਸਰੀਆਂ ਸਰਕਾਰਾਂ ਵੀ ਇਸੇ ਤਰ੍ਹਾਂ ਕਰਦੀਆਂ ਰਹੀਆਂ ਨੇ।
ਜਦੋਂ ਨੋਟਬੰਦੀ ਹੋਈ ਹੈ ਸਰਕਾਰ ਨੇ ਉਦੋਂ ਕੀ ਸੋਚਿਆ, ਜੋ ਸਿਆਲ ਦੀਆਂ ਸਬਜ਼ੀ ਦੀਆਂ ਫਸਲਾਂ, ਜੋ ਕੈਸ਼ ਕ੍ਰੌਪ ਹੈ ਕਿਸਾਨ ਦੀ, ਜੀ ਉਹ ਛੋਟਾ ਕਿਸਾਨ ਜਿਹੜਾ ਅਨਾਜ ਉਗਾਉਣ ਨਾਲੋਂ ਸਬਜ਼ੀ ਨੂੰ ਤਰਜੀਹ ਦਿੰਦਾ ਹੈ, ਉਹ ਸਾਰਾ ਉਦੋਂ ਸਬਜ਼ੀ ਆਉਣੀ ਸੀ, ਉਹਨਾਂ ਨੇ ਪੈਸੇ ਵਟਣੇ ਸੀ, ਕੈਸ਼ ਲੋਕਾਂ ਦੀਆਂ ਜੇਬਾਂ ਚੋਂ ਮਿੱਟੀ ਕਰ ਦਿੱਤਾ। ਬਿਲਕੁਲ। ਬੈਂਕਾਂ ਦੇ ਅੱਗੇ ਲਾਈਨਾਂ ਲੱਗ ਗਈਆਂ, ਲੋਕਾਂ ਦੇ ਵਿਆਹ ਧਰੇ ਹੋ ਰਹਿ ਗਏ, ਲੜਕੀਆਂ ਦੇ ਲੜਕਿਆਂ ਦੇ। ਨੋਟ ਵੇ ਬੰਦੇ ਝੂਰਦੇ ਸੀ ਵੀ ਕੀ ਕਰੀਏ ਇਹਨਾਂ ਦਾ, ਕੀ ਕਰੀਏ। ਲੋਕਾਂ ਨੇ ਆਤਮ ਹੱਤਿਆ ਕੀਤੀ ਤੇ ਸਬਜ਼ੀ ਦਾ ਤੇ ਜਿਹੜੀ ਐਸੈਂਸ਼ੀਅਲ ਕਮੋਡਿਟੀ ਹੋਰ ਸੀਗੀ ਕੈਸ਼ ਕ੍ਰੌਪ ਮਿੱਟੀ ਹੋ ਗਈਆਂ, ਉਹਨਾਂ ਦਾ ਭਾਅ ਕਿਸੇ ਨੂੰ ਮਿਲਿਆ ਕੋਈ ਨਾ। 3 ਸਾਲ ਬਾਅਦ ਮਾਰਕੀਟ ਨੇ ਸਿਰ ਚੁੱਕਿਆ, ਕਿਸਾਨ ਮਾੜਾ ਜਿਹਾ, ਕਿਸਾਨਾਂ ਨੂੰ ਸਾਹ ਆਇਆ, ਕਦੀ ਗੰਢਿਆਂ ਦਾ ਰੇਟ ਘਟ ਗਿਆ, ਕਦੀ ਆਲੂਆਂ ਦਾ ਘਟ ਗਿਆ, ਕਦੀ ਕੇਲਿਆਂ ਦਾ ਘਟ ਗਿਆ, ਕਦੀ ਸੇਬ ਦਾ ਘਟ ਗਿਆ। ਤੇ ਜਿਹੜੀ ਸਰਕਾਰ ਕਹਿੰਦੀ ਸੀ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਜਾਂ 24 ਤੱਕ ਕਰ ਦੇਣੀ ਆ, ਹੁਣ ਕਹਿੰਦੇ ਖੁਸ਼ਹਾਲ ਬੜੇ ਕਰ ਦੇਣੇ। ਤੇ ਉਹਨਾਂ ਨੇ ਰਾਤੋਂ ਰਾਤ ਫੈਸਲਾ ਹੁਣ ਜਿਹੜਾ ਕਰ ਦਿੱਤਾ ਕਿ ਇੱਕ ਕਣਕ ਨਹੀਂ ਬਾਹਰ ਭੇਜਣੀ, ਕਿਤੇ ਕਿਸਾਨ ਦੀ ਜੇਬ 'ਚ ਕੋਈ ਪੈਸਾ ਨਾ ਆ ਜਾਵੇ। ਫੂਡ ਸਿਕਿਉਰਿਟੀ ਨੂੰ ਮੋਹਰੇ ਰੱਖ ਲਿਆ ਗਿਆ। ਇਹ ਉਹੀ ਫੂਡ ਸਿਕਿਉਰਿਟੀ ਬਿੱਲ ਹੈ ਜਿਸ ਦੀ ਵਿਰੋਧਤਾ ਹੁੰਦੀ ਸੀ ਕਾਂਗਰਸ ਸਰਕਾਰ ਦੇ ਵੇਲੇ। ਉਹਨਾਂ ਨੇ ਲਿਆਂਦਾ ਸੀ ਕਿ ਦੇਸ਼ ਦੇ ਵਿੱਚ ਅੰਨ ਸੁਰੱਖਿਆ ਜਿਹੜੀ ਹੈ ਜ਼ਰੂਰੀ ਹੈ, ਭਾਵ ਦੇਸ਼ ਦੇ ਵਿੱਚ ਹਰ ਇੱਕ ਨੂੰ ਜਿਹੜਾ ਮਿਲਣਾ ਚਾਹੀਦਾ ਫੂਡ, ਤੇ ਉਹਦੇ ਵਾਸਤੇ ਦੇਸ਼ ਕੋਲ ਇਨਫ ਸਟਾਕ ਹੋਣੇ ਚਾਹੀਦੇ। ਪੰਜਾਬ ਦੇ ਵਿੱਚ ਬੜੇ ਵੱਡੇ ਸਟਾਕ ਨੇ ਕਣਕ ਦੇ ਤਾਂ ਹੋਰ ਫਸਲਾਂ ਦੇ, ਹੋਰਨਾਂ ਸੂਬਿਆਂ 'ਚ ਵੀ ਹੋਣਗੇ। ਇਸੇ ਤਰ੍ਹਾਂ ਇਹਨਾਂ ਨੂੰ ਸਾਂਭ ਕੇ ਰੱਖਿਆ ਜਾਂਦਾ ਹੈ। ਇਹ ਵੀ ਇਹਨਾਂ ਨੂੰ ਕਿ ਜਦੋਂ ਜੰਗ ਦੀ ਸਥਿਤੀ ਕਿਤੇ ਮੁਲਕਾਂ 'ਚ ਪੈਦਾ ਹੋ ਜਾਵੇ ਤਾਂ ਇਹਨਾਂ ਦੀ ਪਹਿਲਾਂ ਪ੍ਰੋਟੈਕਸ਼ਨ ਕੀਤੀ ਜਾਂਦੀ ਹੈ। ਅਨਾਜ ਹੋਣਾ ਚਾਹੀਦਾ ਮੁਲਕ ਕੋਲ। ਜਿਸ ਕਿਸਾਨ ਨੇ ਦੇਸ਼ ਨੂੰ ਸਮਰੱਥ ਬਣਾਇਆ ਤੇ ਜਿਸ ਕਣਕ ਨੂੰ ਭੇਜ ਕੇ ਬਾਹਰ ਭਾਰਤ ਸਰਕਾਰ ਨੇ ਵਾਹਵਾ ਖੱਟੀ, ਔਰ ਚੰਗੇ ਜਿਹੜੀਆਂ ਭਾਰਤ ਦੀ ਕਿਸੇ ਆਲੇ ਦੁਆਲੇ ਦੇ ਦੇਸ਼ ਨਾਲ ਬਣਦੀ ਨਹੀਂ ਹੈ ਇਸ ਵੇਲੇ। ਸ਼੍ਰੀਲੰਕਾ ਨਾਲ ਬਹੁਤੇ ਚੰਗੇ ਹਾਲਾਤ ਨਹੀਂ ਸੀ ਤੇ ਸ਼੍ਰੀਲੰਕਾ 'ਚ ਨਵਾਂ ਪ੍ਰੈਜ਼ੀਡੈਂਟ ਬਣਿਆ ਤੇ ਭਾਰਤ ਦੀ ਉਹਨਾਂ ਨੇ ਸਿਫਤ ਕੀਤੀ ਹੈ। ਇਹੋ ਜਿਹੀਆਂ ਚੀਜ਼ਾਂ ਜਾਣ ਨਾਲ ਭਾਰਤ ਨੇ ਮਦਦ ਕੀਤੀ ਹੈ। ਅਫਗਾਨਿਸਤਾਨ ਦੇ ਵਿੱਚ ਨਾਲ ਵੀ ਭਾਵੇਂ ਤਾਲਿਬਾਨ ਦੀ ਸਰਕਾਰ ਹੈ, ਜਿਵੇਂ ਪਾਕਿਸਤਾਨ ਵਾਲੇ ਕੱਛਾਂ ਵਜਾ ਰਹੇ ਸੀ ਕਿ ਭਾਰਤ ਨੂੰ ਬਹੁਤ ਘਾਟਾ ਪਏਗਾ ਤੇ ਉਹਨਾਂ ਨੂੰ ਭੱਜਣਾ ਪਏਗਾ, ਫੇਰ ਵੀ ਚੰਗੇ ਸੰਬੰਧ ਨੇ। ਮੈਂ ਆਖਾਂਗਾ ਜਿੰਨੇ ਬੁਰੇ ਹਾਲਾਤ ਹੋ ਸਕਦੇ ਸੀ ਉਹ ਤੋਂ ਕਿਤੇ ਬਿਹਤਰ ਨੇ। ਕਣਕ ਦਾ ਵੱਡਾ ਯੋਗਦਾਨ ਹੈ ਇਸ ਵਿੱਚ ਜੀ। ਤੇ ਹੁਣ ਇਹ ਮੈਂ ਸਮਝਦਾ ਕਿ ਸਰਕਾਰ ਦਾ ਫੈਸਲਾ ਇਹ ਕੋਈ ਚੰਗਾ ਫੈਸਲਾ ਨਹੀਂ। ਕਿਸਾਨ ਹਤੈਸ਼ੀ ਕਹਾਉਣਾ ਤੇ ਫੈਸਲੇ ਦੂਜੇ ਤਰ੍ਹਾਂ ਦੇ ਲੈਣੇ। ਇਸ ਵੇਲੇ ਪੰਜਾਬ ਦੇ ਵਿੱਚ ਕਾਫੀ ਸਾਰੇ ਕਿਸਾਨਾਂ ਨੇ ਸਟਾਕ ਕੀਤਾ ਹੋਇਆ ਕਿ ਰੇਟ ਠੀਕ ਠਾਕ ਹੋਣਾ, ਤੇ ਸਰਕਾਰੀ ਖਰੀਦ ਬੰਦ ਹੋ ਚੁੱਕੀ ਹੈ। FCI ਨੇ ਖਰੀਦਿਆ ਕੋਈ ਨਹੀਂ ਹੈ, ਤੇ ਮਾਰਕਫੈਡ, ਪਨਗ੍ਰੇਨ, ਪਨਸਪ, ਇਹ ਪੰਜਾਬ ਦੀਆਂ ਏਜੰਸੀਆਂ ਨੇ ਜਿਨ੍ਹਾਂ ਨੇ ਜ਼ਿਆਦਾ ਖਰੀਦ ਕੀਤੀ ਹੈ। ਤੇ ਜਿੱਦਣ ਕਣਕ ਖਰੀਦਣੀ ਸੀ ਉਦੋਂ ਸਰਕਾਰੀ ਏਜੰਸੀਆਂ ਕੇਂਦਰ ਦੀਆਂ ਕਿਤੇ ਲੱਭੀਆਂ ਨਹੀਂ, ਤੇ ਹੁਣ ਕਹਿੰਦੇ ਨੇ ਕਿ ਕਣਕ ਨਹੀਂ ਬਾਹਰ ਭੇਜਣੀ, ਕਣਕ ਸਾਡੇ ਦੇਸ਼ ਨੂੰ ਆਪਣੇ ਆਪ ਨੂੰ ਚਾਹੀਦੀ ਹੈ। ਇਹ ਉਹੋ ਹੀ ਕਣਕ ਹੈ ਜਿਹਨੂੰ ਮਿਨਿਸਟਰ ਥਾਂ ਥਾਂ ਚੱਕ ਕੇ ਕਿਸਾਨਾਂ ਨੂੰ ਕਿਹਾ ਕਰਦੇ ਸੀ ਇਹ ਨਾ ਬੀਜਿਆ ਕਰੋ, ਉਹ ਫਸਲਾਂ ਬੀਜੋ, ਆਹ ਬੀਜੋ, ਉਹ ਬੀਜੋ। ਸਿਰਫ ਗੱਲਾਂ ਹੀ ਰਹੀਆਂ ਨੇ, ਕਿਸਾਨਾਂ ਦੀ ਸਹੀ ਮੈਨੇਜ ਕਿਸੇ ਨੇ ਅੱਜ ਤੱਕ ਬਾਂਹ ਨਹੀਂ। ਜੀ ਕੁਲਦੀਪ ਜੀ, ਜਾਂਦੇ ਜਾਂਦੇ ਗੱਲ ਕਰਦੇ ਆ ਸੌਦਾ ਸਾਧ ਰਾਮ ਰਹੀਮ ਦੀ। ਸੋ ਕਾਲਡ ਬਾਬੇ ਜੀ ਦੇ ਕਹਿੰਦੇ 6 ਕਰੋੜ ਪੈਰੋਕਾਰ ਨੇ, ਸਾਨੂੰ ਨਹੀਂ ਪਤਾ, ਰਿਪੋਰਟਾਂ ਕਹਿੰਦੀਆਂ ਨੇ। ਕਿੰਨੇ ਸਾਰੇ ਬਾਬੇ ਤੇ ਕੇਸ ਚੱਲਦੇ ਨੇ। ਬਾਬਾ ਸੁਨਾਰੀਆ ਜੇਲ੍ਹ 'ਚ ਬੰਦ ਹੈ, ਚੱਲਦੀ ਬਾਬੇ ਦੀ ਵਾਹਵਾ ਆ, ਫਰਲੋ ਤੇ ਬਾਹਰ ਵੀ ਆ ਜਾਂਦਾ ਹੁੰਦਾ ਕਦੇ ਕਦੇ। ਹੁਣ ਫੇਰ ਕਹਿੰਦੇ ਜ਼ਮਾਨਤ ਮਿਲ ਗਈ ਇਹਨੂੰ। ਜ਼ਮਾਨਤ ਉਸ ਨੂੰ ਜਿਹੜਾ ਬੇਅਦਬੀ ਕੇਸ ਦੇ ਵਿੱਚ ਹੋਈ ਹੈ, ਜਿਹੜੇ ਉਸ 'ਤੇ ਸਾਧਵੀਆਂ ਵਾਲੇ ਕੇਸ ਹੈ, ਡੇਰਾ ਮੈਨੇਜਰ ਦਾ ਕਤਲ ਹੈ, ਉਸ ਕੇਸ ਦੇ ਵਿੱਚ ਬਾਬਾ ਜੇਲ੍ਹ ਦੇ ਵਿੱਚ ਹੈ। ਇਹ ਜਿਹੜਾ ਬੇਅਦਬੀ ਕਾਂਡ ਹੈ, ਜਦੋਂ ਬੁਰਜਵਾਰ ਸਿੰਘ ਵਾਲਾ ਤੇ ਹੋਰ ਆਸ-ਪਾਸੇ ਦੇ ਪਿੰਡਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ ਨੇ, ਫਿਰ ਹੱਥ ਲਿਖਤ ਪੋਸਟਰ ਲੱਗਦੇ ਨੇ ਕੰਧਾਂ ਤੇ, ਇਤਰਾਜ਼ਯੋਗ ਜਿਹੜੀ ਗੱਲਾਂ ਲਿਖੀਆਂ ਹੁੰਦੀਆਂ ਨੇ, ਭੜਕਾਊ ਗੱਲਾਂ ਲਿਖੀਆਂ ਹੁੰਦੀਆਂ ਨੇ, ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਨੇ ਪੱਤਰੇ ਨੇ ਉਹ ਖਿਲਰੇ ਹੋਏ ਮਿਲਦੇ ਨੇ। ਬੇਅਦਬੀ ਕੀਤੀ ਗਈ ਜਾਣ ਬੁੱਝ ਕੇ, ਤੇ ਸਰਕਾਰਾਂ ਨਾਕਾਮ ਰਹੀਆਂ। ਨਾਕਸ ਕੰਮ ਕੀਤਾ ਉਦੋਂ ਵੀ ਸਰਕਾਰ ਨੇ, ਉਸਨੇ ਵੀ, ਜਿਹੜੀ ਉਸ ਵੇਲੇ ਦੀ ਮੌਜੂਦਾ ਸੀ ਅਕਾਲੀਆਂ ਦੀ, ਤੇ ਬਾਅਦ ਵਾਲੀ 5 ਸਾਲ ਵਾਲੀ ਕਾਂਗਰਸ ਨੇ ਵੀ। ਜਾਂਦੇ ਜਾਂਦੇ ਇੱਕ ਇਨਵੈਸਟੀਗੇਸ਼ਨ ਟੀਮ, 2 3, ਇੱਕ ਨੂੰ ਹਟਾ ਕੇ ਦੂਸਰਾ ਕਰ ਦਿਓ, SPS ਪਰਮਾਰ ਵਾਲੀ ਲਾ ਦਿਓ। ਉਹਨਾਂ ਨੇ ਕੇਸ ਦਾਇਰ ਕਰ ਦਿੱਤਾ ਕਿ ਵਾਕਿਆ ਹੀ ਇਹ ਜਿਹੜੀ ਬੇਅਦਬੀ ਹੈ ਡੇਰਾ ਮੁਖੀ ਦੇ ਕਹਿਣ ਤੇ ਹੋਈ ਸੀ। ਉਹ ਕੁਝ ਬੰਦੇ ਨਾਮਜ਼ਦ ਕੀਤੇ, ਕਈਆਂ ਦੇ ਮਰਡਰ ਵੀ ਹੋ ਗਏ। ਉਸ ਕੇਸ ਦੇ ਵਿੱਚ ਬਾਬਾ ਅੰਦਰ ਬੈਠਾ ਹੀ ਕਹਿੰਦਾ ਰਿਹਾ ਕਿ ਮੈਂ ਨਹੀਂ ਇਹ ਕਰਵਾਇਆ, ਅਸੀਂ ਇੱਦਾਂ ਦਾ ਕੰਮ ਨਹੀਂ ਕਰਦੇ, ਅਸੀਂ ਬੜਾ ਸਤਿਕਾਰ ਕਰਦੇ ਹਾਂ। ਚਲੋ ਉਹਦੇ ਕਹਿਣ ਨੂੰ ਕਰਨਾ, ਹੋਰ ਤਾਂ ਹੋਰ ਬਹੁਤ ਕੁਝ ਕਹਿੰਦਾ ਸੀ ਜਿਹੜੀਆਂ ਬਾਅਦ ਵਿੱਚ ਝੂਠੀਆਂ ਨਿਕਲੀਆਂ ਗਈਆਂ। ਜਿਹੜਾ ਬੰਦਾ ਹੈ ਹੀ ਝੂਠਾ, ਉਸ 'ਤੇ ਯਕੀਨ ਕਿਸ ਗੱਲ ਦਾ ਕਰਨਾ। ਇਸੇ ਕੇਸ ਦੇ ਵਿੱਚ ਉਹਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਰੂਪ ਚੋਰੀ ਕਰਨ, ਜਾਂ ਇਸ ਤੇ 2-3 ਕੇਸ ਬਣੇ ਹੋਏ ਨੇ। ਉਹਨਾਂ ਵਿੱਚੋਂ 1-2 ਤੇ ਪਹਿਲਾਂ ਜ਼ਮਾਨਤ ਮਿਲ ਚੁੱਕੀ ਹੈ, ਤੇ ਇੱਕ ਤੇ ਹੁਣ ਉਹਦੀ ਜ਼ਮਾਨਤ ਮਨਜ਼ੂਰ ਹੋਈ ਆ। ਰਹੇਗਾ ਬਾਬਾ ਅੰਦਰ ਹੀ, ਬਾਹਰ ਨਹੀਂ ਆਉਣ ਵਾਲਾ, ਬਸ਼ਰਤੇ ਕਿ ਸਰਕਾਰਾਂ ਜਿਹੜੀਆਂ ਨੇ ਉਹ ਜਿਵੇਂ ਕਹਿੰਦੇ ਨੇ ਕਿ ਇਹਨੂੰ ਵੀ ਹੱਕ ਹੈ ਹੁਣ ਜ਼ਮਾਨਤ ਲੈਣ ਦਾ। ਜੇ ਉਹੋ ਜਿਹੀ ਗੱਲ ਹੋ ਜਾਵੇ ਤਾਂ ਫਿਰ ਅਸੀਂ ਕਹਿ ਨਹੀਂ ਸਕਦੇ, ਪਰ ਇਹ ਉਸ ਕੇਸ ਦੇ ਵਿੱਚੋਂ, ਬੇਅਦਬੀ ਕੇਸ ਦੇ ਵਿੱਚੋਂ ਇਹ ਉਹਨੂੰ ਜ਼ਮਾਨਤ ਮਿਲੀ ਹੈ। ਦੂਸਰੀ ਗੱਲ ਇਹ ਆ, ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਸਰਕਾਰ ਉਹਨੂੰ ਲਿਆਉਣ ਦੇ ਯਤਨ ਕਰ ਰਹੀ ਹੈ ਬੜੇ ਦਿਨਾਂ ਤੋਂ।
ਉਹ ਗੱਲ ਨਹੀਂ, ਕਾਮਯਾਬੀ ਨਹੀਂ ਮਿਲ ਰਹੀ। ਵੀਡੀਓ ਕਾਨਫਰੰਸ ਤੇ ਪੇਸ਼ੀ-ਪੂਸ਼ੀ ਹੋ ਜਾਣੀ ਹੈ। ਸੁਨਾਰੀਆ ਜੇਲ੍ਹ ਵਿੱਚ 1-2 ਵਾਰੀ ਜਾ ਆਏ ਨੇ ਤੇ ਬਾਬਾ ਬੋਲਦਾ ਨਹੀਂ ਉੱਥੇ, ਤੇ ਜਾਂ ਤੇ ਉਹ ਪਤਾ ਨਹੀਂ ਕੀ ਗੱਲ ਹੈ ਕਿ ਉੱਥੇ ਉਹਨੂੰ ਕੋਈ ਇਸ ਤਰ੍ਹਾਂ ਦੀ ਫੈਸਿਲਿਟੀ ਹੈ ਤੇ ਬਾਬੇ ਨੂੰ ਖਾਸ ਇੰਸਟਰਕਸ਼ਨ ਆਣ ਕਿ ਤੁਸੀਂ ਚੁੱਪ ਰਹੋ ਜੀ। ਤੇ ਸੋ ਉਹ ਉੱਥੇ ਆਪਣੇ ਟਿਕਾਣੇ ਤੇ ਆਰਾਮ ਨਾਲ ਬੈਠਾ ਹੈ ਤੇ ਪੰਜਾਬ ਵਿੱਚ ਉਹਨੂੰ ਲਿਆਂਦਾ ਨਹੀਂ ਜਾ ਸਕਦਾ। ਸੁਰੱਖਿਆ ਕਾਰਨ ਨੇ ਤੇ ਬਾਬਾ ਬਹੁਤ ਜ਼ਰੂਰੀ ਹੈ, ਉਹਦੀ ਸੁਰੱਖਿਆ ਬੜੀ ਜ਼ਰੂਰੀ ਹੈ। ਹੁਣ ਬਾਬਾ ਪਤਾ ਨਹੀਂ ਕਿਹੜੀ ਸਰਕਾਰ ਦੀ ਪਿੱਠ ਖੁਰਕ ਕੇ ਮਜ਼ੇ ਲੈ ਰਿਹਾ, ਇਹ ਤਾਂ ਹੁਣ ਜਾਂਚ ਦਾ ਵਿਸ਼ਾ ਹੈ। ਫਿਲਹਾਲ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਸਮੇਟਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਟੂਡੀਓ 'ਚ ਆਏ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਸੋਮਵਾਰ ਨੂੰ ਫਿਰ ਨਵੇਂ ਮੁੱਦਿਆਂ ਦੇ ਨਾਲ ਹਾਜ਼ਰੀ ਭਰਾਂਗੇ ਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਹੈ ਜੀ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।